ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਤੁਰ ਗੁਰੂ ਕੇ ਸ਼ਬਦ ਮੁਕੰਦੇ, ਇਕ ਪੋਥੀ ਤੁਮ ਲਿਖੋ ਅਨੰਦੇ। ਸਭ ਬੇਦਨ ਕੋ ਸਾਰ ਨਿਕਾਰਾ, ਮਥ ਸਾਗਰ ਜਿਮ ਰਤਨ ਉਦਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸੰਧਿਆ ਦੇ ਦੀਵਾਨਾਂ ਵਿੱਚ ਸੋਧਾ ਰਹਿ ਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਗੁਰਬਾਣੀ ਦਾ ਕੀਰਤਨ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਮਹਾਰਾਜ ਦੀ ਪਾਵਨ ਪਵਿੱਤਰ ਕਥਾ ਨਾਲ ਜੁੜ ਜਾਈਏ। ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਹੁਕਮ ਦੇ ਰਹੇ ਨੇ ਕਿ ਗੁਰਮੁਖੀ ਅੱਖਰਾਂ ਦੇ ਵਿੱਚ ਗੁਰਬਾਣੀ ਲਿਖੋ। ਇਹ ਗੁਰਮੁਖੀ ਅੱਖਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਖੰਡ ਤੋਂ ਲਿਆਂਦੇ ਸਾਡੇ ਵਾਸਤੇ, ਤੇ ਇਹਨਾਂ ਦਾ ਪ੍ਰਚਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤਾ। ਸਹਿਜੇ ਸਹਿਜੇ ਇਹਨਾਂ ਅੱਖਰਾਂ ਵਿੱਚ ਗੁਰਬਾਣੀ ਦੇ ਸ਼ਬਦ ਤੇ ਇਤਿਹਾਸ ਦੀਆਂ ਸਾਖੀਆਂ ਲਿਖੀਆਂ ਗਈਆਂ। ਪਹਿਲੀ ਸਾਖੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਭਾਈ ਬਾਲਾ ਜੀ ਨੇ ਸੁਣਾਈ ਤੇ ਭਾਈ ਪੈੜੇ ਮੋਖੇ ਨੇ ਲਿਖੀ, ਗੁਰੂ ਅੰਗਦ ਦੇਵ ਜੀ ਨੇ ਲਿਖਵਾਈ। ਗੁਰਦੁਆਰਾ ਮੱਲ ਅਖਾੜਾ ਸਾਹਿਬ ਖੰਡੂਰ ਸਾਹਿਬ ਵਿਖੇ। ਸੋ ਸਾਧ ਸੰਗਤ ਜੀ, ਇਹ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਵੀ ਉਹਨਾਂ ਅੱਖਰਾਂ ਵਿੱਚ ਗੁਰੂ ਅਰਜਨ ਦੇਵ ਜੀ ਲਿਖਵਾਉਣ ਲੱਗੇ ਹਨ, ਤਾਂ ਕਿ ਹਰ ਪ੍ਰਾਣੀ ਮਾਤਰ ਪੜ੍ਹ ਸਕੇ। ਮਹਾਰਾਜ ਹੁਕਮ ਦੇ ਰਹੇ ਨੇ, ਸੁਣੀਏ ਪਿਆਰ ਨਾਲ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਤੁਰ ਗੁਰੂ ਕੇ ਸ਼ਬਦ ਮੁਕੰਦੇ, ਚਾਰ ਪਾਤਸ਼ਾਹੀਆਂ ਦੇ ਉਹ ਸ਼ਬਦ ਜਿਹੜੇ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ, ਬਾਬਾ ਸੰਸਰਾਮ ਜੀ ਨੇ, ਗੁਰੂ ਅਮਰਦਾਸ ਜੀ ਦੇ ਪੋਤਰੇ ਹੋਏ ਬਾਬਾ ਸੰਸਰਾਮ ਜੀ, ਉਹਨਾਂ ਨੇ ਲਿਖੇ ਹਨ। ਇਕੱਠੇ ਕੀਤੀ ਬਾਣੀ, ਉਹ ਸਾਰੀ ਬਾਣੀ ਨੂੰ ਲਿਖਣਾ ਕਰੀਏ ਨਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹਾਂਜੀ, ਵੇਖ ਪੋਥੀ ਤੁਮ ਲਿਖੋ ਅਨੰਦੇ। ਭਾਈ ਗੁਰਦਾਸ ਜੀ, ਤੁਸੀਂ ਪੋਥੀਆਂ ਦੇ ਦਰਸ਼ਨ ਕਰੋ ਤੇ ਤਰਤੀਬ ਨਾਲ ਬਾਣੀ ਲਿਖੋ। ਇਸ ਢੰਗ ਨਾਲ ਬਾਣੀ ਲਿਖੋ ਵੀ ਇੱਕ ਰਾਗ ਦੇ ਵਿੱਚ ਸ਼ਬਦ ਪਹਿਲੀ ਪਾਤਸ਼ਾਹੀ ਦੇ, ਫਿਰ ਤੀਸਰੀ ਪਾਤਸ਼ਾਹੀ ਦੇ, ਫਿਰ ਚੌਥੀ ਦੇ, ਫਿਰ ਪੰਜਵੀਂ ਦੇ, ਫਿਰ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ ਦੀਆਂ, ਫਿਰ ਤੀਸਰੀ ਪਾਤਸ਼ਾਹੀ ਦੀਆਂ, ਫਿਰ ਚੌਥੇ ਪੰਜਵੇਂ ਪਾਤਸ਼ਾਹੀ ਦੀਆਂ। ਫਿਰ ਛੰਦ ਲਿਖਣੇ ਹਨ ਤਾਂ ਉਹ ਪਹਿਲਾਂ ਸਾਹਿਬ ਗੁਰੂ ਨਾਨਕ ਦੇਵ ਜੀ ਦੇ, ਫਿਰ ਗੁਰੂ ਅਮਰਦਾਸ ਜੀ ਦੇ, ਫਿਰ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਦੇ। ਫਿਰ ਵਾਰਾਂ ਲਿਖਣੀਆਂ ਹਨ, ਫਿਰ ਭਗਤਾਂ ਦੀ ਬਾਣੀ ਲਿਖਣੀ ਹੈ। ਉਹਦਾ ਇੱਕ ਤਰੀਕਾ ਬਣਾਇਆ ਗਿਆ, ਤਰਤੀਬ ਬਣਾਈ ਗਈ, ਕਿਉਂਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ ਕੇਵਲ ਵਾਰਾਂ ਵਿੱਚ ਹੀ ਆਉਂਦੀ ਹੈ। ਇਸ ਕਰਕੇ ਉਹਨੂੰ ਵਾਰਾਂ ਵਿੱਚ ਹੀ ਥਾਂ ਦਿੱਤੀ ਜਾਵੇਗੀ, ਸਲੋਕਾਂ ਨੂੰ। ਇਹ ਮਹਾਰਾਜ ਨੇ ਪਹਿਲਾਂ ਹੀ ਸਾਰਾ ਢਾਂਚਾ ਸਮਝਾਇਆ ਭਾਈ ਗੁਰਦਾਸ ਜੀ ਨੂੰ। ਹਾਂਜੀ, ਸਭ ਬੇਦਨ ਕੋ ਸਾਰ ਨਿਕਾਰਾ। ਮਹਾਰਾਜ ਕਹਿੰਦੇ ਜੋ ਗੁਰਬਾਣੀ ਹੈ, ਸਾਰੇ ਵੇਦ ਸ਼ਾਸਤਰਾਂ ਧਰਮ ਗ੍ਰੰਥਾਂ ਦਾ ਨਿਚੋੜ ਕੱਢਿਆ ਹੋਇਆ, ਸਾਰ ਕੱਢ ਲਿਆ। ਬਾਕੀ ਜਿਹੜੇ ਫੋਕਟ ਕਰਮ ਕਾਂਡ ਸੀ ਛੱਡ ਦਿੱਤੇ ਨੇ। ਜਿਹੜਾ ਬ੍ਰਹਮ ਗਿਆਨ ਦਾ ਹਿੱਸਾ ਹੈ ਉਹ ਮਹਾਰਾਜ ਦੀ ਬਾਣੀ ਵਿੱਚ ਰੱਖਿਆ ਹੈ। ਸਾਰੇ ਸੰਸਾਰ ਦੇ ਵਿੱਚ ਜਿੰਨਾ ਵੀ ਗਿਆਨ ਅੱਜ ਤੱਕ ਰਿਸ਼ੀਆਂ ਮੁਨੀਆਂ ਅਵਤਾਰਾਂ ਸਾਧੂਆਂ ਮਹਾਂਪੁਰਸ਼ਾਂ ਦੁਆਰਾ ਅਨੁਭਵ ਵਿੱਚ ਆਇਆ ਸੀ, ਉਹਨਾਂ ਸਾਰਿਆਂ ਦਾ ਤੱਤ ਨਿਚੋੜ ਜੇ ਕੱਢ ਲਈਏ ਤੇ ਉਹ ਗੁਰਬਾਣੀ ਹੈ। ਹਾਂਜੀ, ਮਥ ਸਾਗਰ ਜਿਮ ਰਤਨ ਉਦਾਰਾ। ਜਿਵੇਂ ਦੇਵੀ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ ਤੇ ਵਿੱਚੋਂ ਰਤਨ ਕੱਢ ਲਏ ਸੀ, 14 ਰਤਨ ਨਿਕਾਲੀ ਉਨ ਕੀ ਤੋ ਨ ਜਾਣਾਨ। ਜਿਵੇਂ 14 ਰਤਨ ਕੱਢ ਲਏ ਸਨ, ਜਿਵੇਂ ਦੁੱਧ ਦੇ ਵਿੱਚੋਂ ਮੱਖਣ ਕੱਢ ਲਈਦਾ ਹੈ ਦਹੀਂ ਦੇ ਵਿੱਚੋਂ, ਇੱਦਾਂ ਸਾਰੇ ਗ੍ਰੰਥਾਂ ਵਿੱਚੋਂ ਤੱਤ ਗਿਆਨ ਜਿਹੜਾ ਹੈ ਉਹ ਮਹਾਰਾਜ ਸਾਹਿਬ ਜੀ ਨੇ ਇੱਕ ਥਾਂ ਤੇ ਗੁਰਬਾਣੀ 'ਚ ਇਕੱਠਾ ਕਰ ਦਿੱਤਾ ਹੈ, ਧੰਨ ਗੁਰੂ ਨਾਨਕ ਦੇਵ ਜੀ ਨੇ। ਹਾਂਜੀ,
ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੋ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਸ਼੍ਰੀ ਗੁਰ ਅਮਰ ਅਪਰ ਸ਼੍ਰੀ ਰਾਮੋ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਪ੍ਰਿਥਕ ਪ੍ਰਿਥਕ ਲਿਖ ਇਨ ਕੀ ਬਾਣੀ। ਇਹਨਾਂ ਦੀ ਬਾਣੀ ਵੱਖਰੀ ਵੱਖਰੀ ਕਰਕੇ ਮਹੱਲਾ ਸਿਰਲੇਖ ਦੇ ਕੇ ਵੀ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਇਸ ਤਰ੍ਹਾਂ ਪੰਜਵਾਂ। ਇਹ ਸਾਰੀ ਬਾਣੀ ਮਹੱਲਿਆਂ ਦੇ ਹਿਸਾਬ ਨਾਲ ਲਿਖੀ ਹੋਈ। ਜਿੱਥੇ ਮਹੱਲਾ ਪਹਿਲਾ ਆ ਜਾਂਦਾ ਉਹਦਾ ਮਤਲਬ ਵੀ ਪਹਿਲੇ ਪਾਤਸ਼ਾਹ ਦੀ ਬਾਣੀ ਹੈ। ਜਿੱਥੇ ਮਹੱਲਾ ਦੂਜਾ ਹੁੰਦਾ ਵੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਹਨਾਂ ਦੇ ਬਚਨ ਹਨ। ਜਿਹੜੇ ਤੀਸਰਾ ਮਹੱਲਾ ਉਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਚੌਥਾ ਮਹੱਲਾ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਇਸ ਪ੍ਰਕਾਰ ਨਾਲ ਪ੍ਰਿਥਕ ਪ੍ਰਿਥਕ ਵੱਖਰੀ ਵੱਖਰੀ ਕਰਕੇ ਲਿਖੀਏ। ਪਠ ਕਰ ਆਪ ਲੇਹੋ ਪਹਿਚਾਨੀ। ਔਰ ਪੜ੍ਹ ਕੇ ਆਪ ਜੀ ਪਹਿਚਾਣ ਲਵੋ, ਨਿਰਣਾ ਕਰ ਲਵੋ ਕਿ ਗੁਰਬਾਣੀ ਜਿਹੜੀ ਹੈ ਉਹ ਸਾਰਿਆਂ ਤੋਂ ਸ੍ਰੇਸ਼ਟ ਤੇ ਸਾਰਿਆਂ ਦਾ ਕਲਿਆਣ ਕਰਨ ਵਾਲੀ। ਇਹ ਪੜ੍ਹਨ ਵਾਲਿਆਂ ਨੂੰ ਵੀ ਪਤਾ ਲੱਗ ਜਾਏ ਵੀ ਕਿਹੜੇ ਜਾਮੇ 'ਚ ਉਚਾਰੀ ਹੈ। ਜੇ ਮਹਾਰਾਜ ਉੱਤੇ ਮਹੱਲੇ ਨਾ ਲਿਖਦੇ, ਸਿੱਧੀ ਹੀ ਬਾਣੀ ਲਿਖ ਦਿੰਦੇ, ਸਾਨੂੰ ਨਹੀਂ ਸੀ ਪਤਾ ਲੱਗਣਾ ਵੀ ਇਹ ਪਹਿਲੇ ਜਾਮੇ ਦੀ ਬਾਣੀ ਹੈ, ਦੂਸਰੇ ਜਾਮੇ 'ਚ ਉਚਾਰੀ ਹੈ ਜਾਂ ਤੀਸਰੇ ਜਾਮੇ, ਪਤਾ ਨਹੀਂ ਸੀ ਲੱਗਣਾ। ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੇ ਇਹ ਵੀ ਉਪਕਾਰ ਕੀਤਾ ਵੀ ਉਹਨਾਂ ਦੇ ਉੱਤੇ ਸਿਰਲੇਖ 'ਚ ਲਿਖ ਦਿੱਤਾ ਇਹ ਪਹਿਲੇ ਜਾਮੇ 'ਚ ਬਾਣੀ ਉਚਾਰੀ ਗਈ, ਇਹ ਦੂਸਰੇ ਜਾਮੇ 'ਚ, ਕਿਉਂਕਿ ਜੋਤ ਇੱਕੋ ਹੀ ਹੈ। ਤੇ ਮਹੱਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਆ ਕੇ ਜੋਤ ਨਿਵਾਸ ਕਰਦੀ ਹੈ। ਆ ਕੇ ਕੋਈ ਵਸੇ ਨਾ। ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਹਲੂਲ। ਹਲੂਲ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਦੂਜੀ ਚੀਜ਼ ਦੇ ਵਿੱਚ ਸਮਾ ਜਾਣਾ, ਲੀਨ ਹੋ ਜਾਣਾ, ਆ ਕੇ ਵਸ ਜਾਣਾ। ਜਿਵੇਂ ਆਪਾਂ ਪੰਜਾਬ ਤੋਂ ਇੱਥੇ ਅਮਰੀਕਾ 'ਚ ਹਲੂਲ ਕਰ ਗਏ, ਆ ਕੇ ਵਸ ਗਏ। ਜਿੱਥੇ ਆਪਾਂ ਵਸੇ ਉਹ ਬਣ ਗਿਆ ਮਹੱਲਾ। ਜਿੱਥੇ ਅਕਾਲ ਪੁਰਖ ਦੀ ਜੋਤ ਪਹਿਲਾਂ ਆ ਕੇ ਵਿਰਾਜਮਾਨ ਹੋਈ ਉਹ ਮਹੱਲਾ ਪਹਿਲਾ। ਜਦੋਂ ਉਹ ਜੋਤ ਦੂਸਰੇ ਸਰੀਰ ਵਿੱਚ ਪ੍ਰਵੇਸ਼ ਕਰ ਗਈ, ਦੂਸਰਾ ਜਾਮਾ ਧਾਰਨ ਕਰ ਲਿਆ, ਦੂਸਰੇ ਸਰੂਪ ਵਿੱਚ ਆਏ ਤੇ ਮਹੱਲਾ ਦੂਜਾ। ਜਦੋਂ ਜੋਤ ਤੀਸਰੇ ਸਰੂਪ ਵਿੱਚ ਹਲੂਲ ਕਰ ਗਈ ਉੱਥੇ ਬਣ ਗਿਆ ਮਹੱਲਾ ਤੀਜਾ। ਇਸ ਤਰ੍ਹਾਂ ਪਾਤਸ਼ਾਹੀਆਂ ਦਾ ਵੇਰਵਾ ਦਿੱਤਾ ਮਹਾਰਾਜ ਨੇ ਮਹੱਲਾ ਲਿਖ ਕੇ। ਹਾਂਜੀ, ਸੁਨ ਭਾਈ ਗੁਰਦਾਸ ਉਚਾਰੇ। ਇਹ ਸੁਣ ਕੇ ਭਾਈ ਗੁਰਦਾਸ ਜੀ ਬੇਨਤੀ ਕਰਦੇ ਹਨ, ਕਹਾ ਬੁੱਧ ਪ੍ਰਭਿਤੀ ਹਮਾਰੇ। ਇਹ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ, ਇੰਨੀ ਬੁੱਧੀ ਮੇਰੀ ਕਿੱਥੇ ਹੈ। ਸਾਧ ਸੰਗਤ ਜੀ, ਦੁਨੀਆ ਦੇ ਸਭ ਤੋਂ ਵੱਡੇ ਵਿਦਵਾਨ ਭਾਈ ਗੁਰਦਾਸ ਜੀ ਹੋਏ ਨੇ, ਪਰ ਨਿਮਰਤਾ ਕਿੰਨੀ ਹੈ। ਗੁਰੂ ਦੇ ਸਾਹਮਣੇ ਕਹਿੰਦੇ ਮਹਾਰਾਜ ਮੈਨੂੰ ਕੋਈ ਸਮਝ ਨਹੀਂ। ਇਹ ਹੈ ਗੁਰਸਿੱਖੀ। ਅੱਜ ਕੱਲ੍ਹ ਮੇਰੇ ਵਰਗਿਆਂ ਨੂੰ 4 ਅੱਖਰ ਆ ਜਾਣ ਤੇ ਉਹ ਗੁਰੂ ਨੂੰ ਵੀ ਕਹਿੰਦੇ ਮਹਾਰਾਜ ਤੁਸੀਂ ਨਹੀਂ ਜਾਣਦੇ, ਅਸੀਂ ਦੱਸਨੇ ਤੁਹਾਨੂੰ। ਗੁਰੂ ਨਾਲੋਂ ਵੀ ਸਿਆਣੇ ਬਣ ਬੈਂਦੇ। ਭਾਈ ਗੁਰਦਾਸ ਜੀ ਇਹੋ ਜਿਹੇ ਵਿਦਵਾਨ ਹੋਏ ਨੇ ਵੀ ਕਾਸ਼ੀ ਦੇ ਪੰਡਤ ਉਹਨਾਂ ਦੇ ਅੱਗੇ ਝੁਕ ਗਏ ਸੀ ਕਿ ਜਦੋਂ ਭਾਈ ਸਾਹਿਬ ਕਾਸ਼ੀ ਗਏ ਸੀ 700 ਪੰਡਤਾਂ ਨੂੰ ਸਿੱਖ ਬਣਾਇਆ ਸੀਗਾ, ਇਤਿਹਾਸ ਵਿੱਚ ਲਿਖਿਆ। ਕਾਸ਼ੀ ਦਾ ਰਾਜਾ ਭਾਈ ਗੁਰਦਾਸ ਦਾ ਸੇਵਕ ਬਣਿਆ ਸੀ। ਉੱਥੇ ਉਹਨਾਂ ਦਾ ਗੁਰਦੁਆਰਾ ਬਣਿਆ ਚੇਤਨ ਮੱਠ, ਭਾਈ ਗੁਰਦਾਸ ਜੀ ਦਾ ਸਥਾਨ, ਜਿੱਥੇ 5 ਨਿਰਮਲੇ ਸੰਤ ਵੀ ਮਹਾਰਾਜ 10ਵੇਂ ਪਾਤਸ਼ਾਹ ਨੇ ਭੇਜੇ। ਉਹ ਚੇਤਨ ਮੱਠ ਹੀ ਪਹਿਲਾਂ ਭਾਈ ਗੁਰਦਾਸ ਜੀ ਉੱਥੇ ਠਹਿਰੇ ਨੇ। ਫਿਰ ਸਾਧ ਸੰਗਤ ਜੀ ਮਹਾਰਾਜ 10ਵੇਂ ਪਾਤਸ਼ਾਹ ਦੇ ਭੇਜੇ ਸਿੰਘ ਭਾਈ ਸੈਣਾ ਸਿੰਘ, ਵੀਰ ਸਿੰਘ, ਗੰਡਾ ਸਿੰਘ, ਕਰਮ ਸਿੰਘ, ਸੋਭਾ ਸਿੰਘ ਉੱਥੇ ਠਹਿਰੇ ਨੇ। ਸੰਤ ਮਹਾਂਪੁਰਸ਼ ਵਿਦਿਆ ਪੜ੍ਹ ਕੇ ਆਏ ਨਿਰਮਲੇ ਸੰਤ। ਤੇ ਉਹ ਜਿਹੜੀ ਜਗ੍ਹਾ ਹੈ ਉੱਥੇ ਪੰਡਤ ਆ ਕੇ ਭਾਈ ਸਾਹਿਬ ਨਾਲ ਚਰਚਾ ਕਰਦੇ ਰਹੇ, ਹਾਰ ਕੇ ਸਿੱਖੀ ਧਾਰਨ ਕਰਦੇ ਰਹੇ। ਜਿਨ੍ਹਾਂ ਅੱਗੇ ਕਾਸ਼ੀ ਦੇ ਪੰਡਤ ਹਾਰ ਗਏ ਉਹਨਾਂ ਤੋਂ ਵੱਡਾ ਵਿਦਵਾਨ ਕਿਹੜਾ ਹੋ ਸਕਦਾ ਹੈ। ਪਰ ਭਾਈ ਗੁਰਦਾਸ ਐਡੇ ਵਿਦਵਾਨ ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਮੇਰੀ ਇੰਨੀ ਕਿੱਥੇ ਬੁੱਧੀ ਹੈ ਮਹਾਰਾਜ, ਮੈਂ ਤੁਹਾਡੀ ਬਾਣੀ ਲਿਖ ਸਕਾਂ ਜਾਂ ਮੈਂ ਬਾਣੀ ਦਾ ਨਿਰਣਾ ਕਰ ਸਕਾਂ, ਮੈਨੂੰ ਇੰਨੀ ਸਮਝ ਨਹੀਂ ਹੈ। ਹਾਂਜੀ, ਮੈਂ ਅਲਪਗ ਜੀਵ ਕਿਵੇਂ ਜਾਣੋ। ਮੈਂ ਜੀਵ ਹਾਂ, ਤੁਸੀਂ ਈਸ਼ਵਰ ਹੋ। ਅਲਪਗ ਬੁੱਧੀ ਥੋੜੇ ਗਿਆਨ ਵਾਲਾ ਮੈਂ ਅਲਪਗ ਬੁੱਧੀ ਵਾਲਾ ਹਾਂ ਮਹਾਰਾਜ ਜੀ। ਹਾਂਜੀ, ਗੁਰ ਕੀ ਗਿਰਾ ਅਗਮ ਗਤ ਮਾਨੋ। ਜਿਹੜੀ ਗੁਰੂ ਦੀ ਬਾਣੀ ਹੈ ਉਹ ਅਗਾਧ ਬੋਧ ਹੈ, ਉਹਦੀ ਅਗਮ ਅਗਾਧ ਕਥਾ ਹੈ। ਗੁਰੂ ਦੀ ਬਾਣੀ ਤੱਕ ਬੰਦੇ ਦੀ ਪਹੁੰਚ ਨਹੀਂ ਹੋ ਸਕਦੀ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜੇ ਅਸੀਂ ਕਥਾ ਸਵਾਚਕ ਗਿਆਨੀ ਕਹੀਏ ਕਿ ਅਸੀਂ ਗੁਰਬਾਣੀ ਦਾ ਅੰਤ ਪਾ ਲਿਆ, ਇਹ ਸਾਡੀ ਮੂਰਖਤਾ ਹੀ ਹੈ, ਹੋਰ ਕੀ ਹੈ। ਇੰਨੀ ਬੁੱਧੀ ਕਿੱਥੇ ਸਾਡੀ ਗੁਰੂ ਦੀ ਬਾਣੀ ਦਾ ਅੰਤ ਪਾ ਲਈਏ। ਨਾ ਸਾਡੇ ਕੋਲ, ਸਾਨੂੰ ਤਾਂ ਆਪਣਾ ਨਹੀਂ ਪਤਾ ਵੀ ਅਸੀਂ ਕੀ ਹਾਂ ਤੇ ਬਾਣੀ ਦਾ ਅੰਤ ਪਾਵਾਂਗੇ ਅਸੀਂ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਬਾਣੀ ਦਾ ਬੋਧ ਮੈਨੂੰ ਨਹੀਂ ਹੈ, ਮੈਂ ਨਹੀਂ ਜਾਣਦਾ ਬਾਣੀ ਦੀ ਮਹਿਮਾ ਕਿੰਨੀ ਮਹਾਨ ਹੈ। ਹਾਂਜੀ, ਹਿਰਦਾ ਅਗਾਧ ਅਬਾਦ ਗੰਭੀਰਾ। ਮਹਾਰਾਜ ਸਾਹਿਬ ਜੀ ਆਪ ਜੀ ਦਾ ਹਿਰਦਾ ਬੜਾ ਅਗਾਧ ਡੂੰਘਾ, ਉਹਦੀ ਕੋਈ ਥਾਂ ਨਹੀਂ ਪਾ ਸਕਦਾ। ਗੁਰੂ ਦੇ ਹਿਰਦੇ ਦੀ ਕੌਣ ਥਾਂ ਪਾ ਸਕਦਾ। ਜਿੱਥੋਂ ਦਾ ਗੁਰੂ ਦੀ ਪਹੁੰਚ ਹੈ, ਗੁਰੂ ਦੇ ਅੰਦਰ ਕਿੰਨੀ ਕੁ ਡੂੰਘਾਈ ਹੈ, ਕਿੰਨੀ ਕੁ ਉਚਾਈ ਹੈ, ਕਿੰਨੀ ਕੁ ਲੰਬਾਈ ਹੈ, ਕਿੰਨੀ ਕੁ ਚੜਾਈ ਹੈ, ਦੁਨੀਆ ਦੀ ਕੋਈ ਤਾਕਤ ਉਹਦਾ ਅੰਤ ਨਹੀਂ ਪਾ ਸਕਦੀ। ਹਾਂਜੀ, ਗਿਰਾ ਰੂਪ ਸੋਈ ਗੁਰ ਧੀਰਾ। ਜਿਹੜੀ ਗੁਰਬਾਣੀ ਹੈ ਗੁਰੂ ਦਾ ਹਿਰਦਾ, ਜਿਹੜੀ ਗੁਰਬਾਣੀ ਹੈ ਨਾ, ਇਹ ਗੁਰੂ ਦੀ ਆਤਮਾ ਹੈ, ਗੁਰੂ ਦੀ ਰੂਹ ਹੈ। ਜੇ ਕਿਸੇ ਗੁਰੂ ਦੀ ਰੂਹ ਦਾ ਅੰਤ ਵੈਸੇ ਤਾਂ ਸਾਧ ਸੰਗਤ ਜੀ ਦੂਜੇ ਬੰਦੇ ਦੇ ਦਿਲ ਦਾ ਨਹੀਂ ਪਤਾ ਹੁੰਦਾ। ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਨੂੰ ਕੀ ਪਤਾ ਤੁਹਾਡੇ ਦਿਲ ਦੀ ਗਹਿਰਾਈ ਕਿੰਨੀ, ਤੁਹਾਨੂੰ ਨਹੀਂ ਪਤਾ ਮੇਰੇ ਦਿਲ ਦੀ ਗਹਿਰਾਈ ਕਿੰਨੀ। ਆਪਾਂ ਬੰਦੇ ਹਾਂ ਤਾਂ, ਤੇ ਬੰਦਾ ਗੁਰੂ ਦੇ ਹਿਰਦੇ ਦੀ ਥਾਂ ਪਾ ਲੈ, ਗੁਰੂ ਦੇ ਹਿਰਦੇ ਦੀ ਥਾਂ ਪਾ ਸਕਦਾ? ਨਹੀਂ ਪਾ ਸਕਦਾ। ਬਾਣੀ ਜਿਹੜੀ ਹੈ ਗੁਰੂ ਦਾ ਹਿਰਦਾ, ਬਾਣੀ ਗੁਰੂ ਦੀ ਆਤਮਾ, ਉਹਦੀ ਥਾਂ ਨਹੀਂ ਪਾਈ ਜਾ ਸਕਦੀ, ਉਹਦੀ ਗਹਿਰਾਈ ਨਹੀਂ ਨਾਪੀ ਜਾ ਸਕਦੀ। ਭਾਈ ਗੁਰਦਾਸ ਜੀ ਕਹਿੰਦੇ, ਸੱਚੇ ਪਾਤਸ਼ਾਹ ਮੈਂ ਜੀਵ ਹਾਂ, ਤੁਸੀਂ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਦੇਵ ਜੀ, ਤੁਹਾਡੀ ਬਾਣੀ ਦਾ ਕੌਣ ਅੰਤ ਪਾ ਸਕਦਾ। ਹਾਂਜੀ, ਬ੍ਰਹਮਾਦਿਕ ਲਖ ਸਕੈ ਨ ਕੋ। ਤੁਹਾਡੀ ਮਹਿਮਾ ਨੂੰ ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਜਾਣ ਸਕਦੇ, ਉਹਨਾਂ ਦੀ ਵੀ ਇੰਨੀ ਸ਼ਕਤੀ ਨਹੀਂ ਵੀ ਤੁਹਾਡੀ ਮਹਿਮਾ ਨੂੰ ਜਾਣ ਸਕਣ। ਹਾਂਜੀ, ਮੋਹ ਮਹਿ ਕਹਾਂ ਇਤੇ ਮਤ ਹੋ। ਮੇਰੇ 'ਚ ਇੰਨੀ ਮਤ ਕਿੱਥੇ ਹੈ, ਕੋਈ ਨਹੀਂ ਮਹਾਰਾਜ। ਹਾਂਜੀ, ਜੇਕਰ ਹੋਵਹੁ ਆਪ ਸਹਾਈ। ਜੇ ਆਪ ਸਿਰ ਤੇ ਹੱਥ ਰੱਖ ਦਿਓ, ਆਪ ਕਿਰਪਾ ਕਰ ਦਿਓ ਮਹਾਰਾਜ, ਤਾਂ ਬਾਣੀ ਦੀ ਸਮਝ ਆ ਸਕਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਿਸੇ ਤੇ ਹੱਥ ਰੱਖ ਦੇਵੇ, ਕਿਸੇ ਤੇ ਕਿਰਪਾ ਕਰ ਦੇਵੇ, ਜਿੱਡਾ ਮਰਜ਼ੀ ਗਿਆਨੀ ਬਣਾ ਦੇਵੇ। ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪ੍ਰਤੱਖ ਕਰਕੇ ਵਿਖਾਇਆ। ਪੰਜੋਖਰਾ ਸਾਹਿਬ ਸਾਡੇ ਅੰਬਾਲੇ ਦੇ ਲਾਗੇ ਅਸਥਾਨ ਹੈ, ਉੱਥੇ ਗੂੰਗਾ ਬੰਦਾ, ਬੋਲਾ, ਕੰਨਾਂ ਤੋਂ ਜ਼ੁਬਾਨ ਤੋਂ ਗੂੰਗਾ ਤੇ ਝਿਉਰਾਂ ਦਾ ਅਨਪੜ੍ਹ ਮੁੰਡਾ, ਉਹਨੂੰ ਲਾਲ ਚੰਦ ਪੰਡਤ ਲੈ ਆਇਆ ਸੀ ਵੀ ਇਹਦੇ ਕੋਲੋਂ ਗੀਤਾ ਦੇ ਅਰਥ ਕਰਾਓ। ਮਹਾਰਾਜ ਨੇ ਕਿਰਪਾ ਕੀਤੀ, ਸਿਰ ਤੇ ਛੜੀ ਰੱਖੀ, ਗੂੰਗਾ ਗੀਤਾ ਦੇ ਅਰਥ ਕਰ ਗਿਆ ਉੱਥੇ। ਅੱਜ ਵੀ ਉੱਥੇ ਗੂੰਗੇ ਬੋਲਦੇ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਰਕੇ ਵਿਖਾਇਆ। ਹੁਣ ਵੀ ਉੱਥੇ ਜਾਓ, ਹਰ ਐਤਵਾਰ ਨੂੰ ਸੰਗਤਾਂ ਦਾ ਕੋਈ ਅੰਤ ਹੀ ਨਹੀਂ ਹੁੰਦਾ। ਤੇ ਸਾਡੇ ਦੇਖਦਿਆਂ ਕਈ ਕੇਸ ਐਸੇ ਹੋਏ ਨੇ ਜਿਹੜੇ ਜਮਾਂਦਰੂ ਗੂੰਗੇ ਸੀਗੇ, ਬੋਲੇ ਸੀ, ਉੱਥੇ ਕੰਨਾਂ ਦੀ ਤੇ ਜ਼ੁਬਾਨ ਦੀ ਦਾਤ ਮਿਲਦੀ ਹੈ, ਹੁਣ ਵੀ ਮਿਲਦੀ। ਗੁਰੂ ਸਮਰੱਥ ਹੈ। ਇਸ ਕਰਕੇ ਭਾਈ ਮਹਾਰਾਜ ਗੁਰਦਾਸ ਜੀ ਕਹਿੰਦੇ, ਸੱਚੇ ਪਾਤਸ਼ਾਹ ਤੁਸੀਂ ਹੱਥ ਰੱਖੋ ਮੇਰੇ ਸਿਰ ਤੇ ਮੈਂ ਬਾਣੀ ਲਿਖ ਸਕਦਾ, ਵੈਸੇ ਮੇਰੀ ਤਾਕਤ ਨਹੀਂ ਲਿਖਣ ਦੀ। ਹਾਂਜੀ, ਲਖਾਂ ਤੇ ਜੋ ਦੇਹੋ ਲਖਾਈ। ਜਿੰਨੀ ਕਿ ਤੁਸੀਂ ਸੋਝੀ ਦਿਓਗੇ ਓਨੀ ਕਿ ਮੈਂ ਕਰਾਂਗਾ, ਜਿੰਨੀ ਤੁਸੀਂ ਕਿਰਪਾ ਕਰੋਗੇ ਮੈਂ ਓਨਾ ਕੁ ਲਿਖਾਂਗਾ। ਹਾਂਜੀ, ਸੁਨ ਪ੍ਰਸੰਨ ਹੋਏ ਬਰ ਕੋ ਦੀਨਾ। ਭਾਈ ਸਾਹਿਬ ਦੀ ਨਿਮਰਤਾ ਵੇਖ ਕੇ ਨਾ ਗੁਰੂ ਸਾਹਿਬ ਖੁਸ਼ ਹੋਏ। ਸਾਧ ਸੰਗਤ ਜੀ, ਗੁਰੂ ਨੂੰ ਖੁਸ਼ ਕਰਨਾ ਦਾ ਹਿਰਦੇ 'ਚ ਨਿਮਰਤਾ ਹੈ, ਕੇਵਲ ਸ਼ਬਦਾਂ 'ਚ ਨਾ ਹੋਵੇ। ਕਈ ਮੇਰੇ ਵਰਗੇ ਨਾ ਇਹ ਤਾਂ ਹੱਥ ਜੜ, ਅਸੀਂ ਤਾਂ ਜੀ ਬੜੇ ਸੇਵਕ, ਅਸੀਂ ਤਾਂ ਬੜੇ ਨਿਮਾਣੇ ਹਾਂ ਜੀ, ਬੜੇ ਹੀ ਦਾਸ ਹਾਂ ਜੀ ਅਸੀਂ ਤਾਂ, ਪਰ ਅੰਦਰ ਉੱਦਾਂ ਹੀ ਕੰਡਾ ਮਨ ਲੜਕਦਾ ਹੁੰਦਾ। ਅੰਦਰ ਵੀ ਨਿਮਰਤਾ ਹੀ ਹੋਵੇ, ਗਰੀਬੀ ਗਦਾ ਮਨ 'ਚ ਵੀ ਤੇ ਜ਼ੁਬਾਨ 'ਤੇ ਵੀ। ਭਾਈ ਗੁਰਦਾਸ ਜੋ ਬੋਲ ਰਹੇ ਸੀ ਅੰਦਰੋਂ ਹੀ ਬੋਲ ਰਹੇ ਸੀਗੇ, ਤੇ ਗੁਰੂ ਸਾਹਿਬ ਖੁਸ਼ ਹੋਏ, ਕਹਿਣ ਲੱਗੇ ਵਰ ਦਿੱਤਾ ਫਿਰ। ਹਾਂਜੀ, ਸ਼੍ਰੀ ਗੁਰੂ ਪਰਮ ਕਿਰਪਾਲ ਪ੍ਰਭੀਨਾ। ਬੜੇ ਕਿਰਪਾਲੂ ਪੰਜਵੇਂ ਪਾਤਸ਼ਾਹ ਮੇਰਾਂ ਦੇ ਘਰ 'ਚ ਆਏ। ਹਾਂਜੀ, ਜਥਾ ਪੁੱਤਰ ਹੋਵੇ ਘਰ ਬਾਹਰ। ਆਖੋ ਸਤਨਾਮ ਸ੍ਰੀ। ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਗੁਰਦਾਸ ਜੀ ਬੱਚਾ ਨਿੱਕਾ ਪੁੱਤਰ ਬਾਹਰ ਬਰਾਂਡੇ 'ਚ ਖੇਡਦਾ ਹੋਵੇ, ਵਿਹੜੇ 'ਚ ਖੇਡਦਾ ਹੋਵੇ। ਹਾਂਜੀ, ਅੰਦਰ ਮਾਤਾ ਪਿਤਾ ਅਜਾਹਦ। ਤੇ ਅੰਦਰ ਮਾਤਾ ਪਿਤਾ ਚਾਚੇ ਤਾਏ ਮਾਮੇ ਫੁੱਫੇ ਅੰਦਰ ਬੈਠੇ ਹੋਣ, ਮਾਤਾ ਪਿਤਾ ਅੰਦਰ ਬੈਠੇ ਘਰ ਦੇ, ਤੇ ਬੱਚਾ ਬਾਹਰ ਵਿਹੜੇ 'ਚ ਖੇਡ ਰਿਹਾ। ਹਾਂਜੀ, ਅਪਰ ਕੁਟੰਬ ਜੋ ਬੋਲ ਹੈ ਬਾਤੇ। ਵੱਡੀ ਭੈਣ ਵੀ ਹੋ ਸਕਦੀ ਹੈ, ਵੱਡਾ ਭਰਾ ਵੀ ਹੋ ਸਕਦਾ ਹੈ, ਚਾਚਾ ਵੀ ਹੋ ਸਕਦਾ ਹੈ, ਮਾਮਾ ਤਾਇਆ ਨਾਨਾ ਕੋਈ ਰਿਸ਼ਤੇਦਾਰ ਹੋਰ ਵੀ ਅੰਦਰ ਹੋ ਸਕਦਾ। ਯਾਨੀ ਘਰ ਦਾ ਟੱਬਰ ਸਾਰਾ ਅੰਦਰ ਹੋਵੇ, ਤੇ ਛੋਟਾ ਜਿਹਾ ਬੱਚਾ 4 ਸਾਲ ਦਾ
3 ਸਾਲ ਦਾ 5 ਸਾਲ ਦਾ ਗਲੀ ਵਿਹੜੇ 'ਚ ਖੇਡਦਾ ਹੋਵੇ। ਹਾਂਜੀ, ਜਾਨ ਲਹਿ ਬਾਲਕ ਬਖਿਆਤੇ। ਤੇ ਬਾਹਰੋਂ ਕੋਈ ਆ ਕੇ ਪੁੱਛੇ ਆ ਅੰਦਰ ਕੌਣ ਬੋਲਦਾ, ਤੇ ਬੱਚਾ ਬਾਹਰੋਂ ਹੀ ਦੱਸ ਦਿੰਦਾ ਆ ਮੇਰੀ ਮਾਂ ਦੀ ਆਵਾਜ਼ ਹੈ, ਇਹ ਮੇਰੇ ਬਾਪੂ ਦੀ ਆਵਾਜ਼ ਹੈ। ਬੱਚੇ ਨੂੰ ਦਿਸਦਾ ਨਹੀਂ ਰਿਹਾ ਅੰਦਰੋਂ, ਦਰਵਾਜ਼ਾ ਦੀਵਾਰ ਹੈ, ਉਹ ਬਾਹਰ ਖੇਡ ਰਿਹਾ ਵਿਹੜੇ 'ਚ, ਉਹ ਅੰਦਰ ਹੋ ਸਕਦਾ ਤੀਸਰੇ ਕਮਰੇ 'ਚ ਬੈਠੇ ਨੇ, ਰਸੋਈ 'ਚ ਬੈਠੇ ਨੇ, ਜਾਂ ਉਹ ਲੋਬੀ 'ਚ ਬੈਠੇ ਨੇ, ਜਾਂ ਉਹ ਕੋਈ ਰੋਟੀ ਖਾ ਰਹੇ ਨੇ, ਗੱਲ ਕਰ ਰਹੇ ਨੇ। ਉਹ ਕਹਿੰਦਾ ਆ ਮੇਰਾ ਚਾਚਾ ਬੋਲਦਾ, ਇਹ ਆਵਾਜ਼ ਮੇਰੇ ਪਿਤਾ ਜੀ ਦੀ ਹੈ, ਇਹ ਮੇਰੇ ਵੱਡੇ ਭਰਾ ਦੀ ਆਵਾਜ਼ ਹੈ, ਇਹ ਮੇਰੀ ਛੋਟੀ ਭੈਣ ਦੀ ਆਵਾਜ਼ ਹੈ। ਉਹ ਬੱਚਾ ਅੰਦਰਲੀ ਆਵਾਜ਼ ਸੁਣ ਕੇ ਬਾਹਰੋਂ ਦੱਸੀ ਜਾ ਰਿਹਾ, ਉਹਨੂੰ ਆਵਾਜ਼ ਦੀ ਪਛਾਣ ਆ ਰਹੀ ਹੈ। ਹਾਂਜੀ, ਕੋ ਨਰ ਬੁਝ ਹੈ ਅੰਤਰ ਪਹੁਣ। ਕੋਈ ਪੁੱਛਦਾ ਹੈ ਬਾਹਰੋਂ ਆ ਕੇ ਗਲੀ ਵਿੱਚ, ਕਾਕਾ ਆ ਅੰਦਰ ਕੌਣ ਗੱਲਾਂ ਕਰਦੇ ਨੇ? ਤੇ ਉਹ ਕਹਿੰਦਾ ਮੇਰੀ ਮੰਮੀ ਕਰਦੀ ਹੈ, ਮੇਰਾ ਬਾਪੂ ਕਰਦਾ, ਮੇਰਾ ਵੀਰ ਕਰਦਾ, ਮੇਰਾ ਚਾਚਾ ਬੋਲਦਾ। ਹਾਂਜੀ, ਕੌਣ ਕੌਣ ਬੋਲ ਹੈ ਕਹਿ ਕੌਣ। ਕੌਣ ਕੌਣ ਬੋਲਦਾ ਉਹ ਬੱਚਾ ਬਾਹਰੋਂ ਦੱਸੀ ਜਾਂਦਾ, ਹਾਲਾਂਕਿ ਉਹ ਬੱਚਾ, ਪਰ ਬੱਚਾ ਉਸ ਪਰਿਵਾਰ ਦਾ, ਬੱਚਾ ਉਸ ਖਾਨਦਾਨ ਦਾ, ਉਹਦੇ ਅੰਦਰ ਤਾਰ ਖੜਕਦੀ ਹੈ, ਉਹਨੂੰ ਪਤਾ ਕਿ ਮਾਂ ਬੋਲਦੀ। ਬਾਹਰੋਂ ਕੋਈ ਵੱਡਾ ਬੰਦਾ ਵੀ ਆ ਕੇ ਖੜਾ ਹੋਵੇ ਜਿਹੜਾ ਉਸ ਘਰ ਪਰਿਵਾਰ ਨੂੰ ਨਹੀਂ ਜਾਣਦਾ, ਉਹਨੂੰ ਪੁੱਛੀ ਅੰਦਰੋਂ, ਕਹਿੰਦਾ ਮੈਨੂੰ ਨਹੀਂ ਪਤਾ ਕੌਣ ਬੋਲਦੇ। ਉਹਨਾਂ ਦਾ ਬੱਚਾ ਦੱਸ ਰਿਹਾ ਛੋਟਾ ਜਿਹਾ, ਬਾਹਰ ਦਾ ਬੰਦਾ ਉਹਦੇ ਬਾਰੇ ਨਹੀਂ ਜਾਣਦਾ। ਹਾਂਜੀ, ਤਬ ਬਾਲਕ ਸੁਨ ਜੌਨ ਅਲਾਵੈ। ਹਾਂ, ਜਿਹੜਾ ਵੀ ਬੋਲਦਾ ਹੋਵੇ ਬੱਚਾ ਦੱਸ ਦਿੰਦਾ ਵੀ ਹੁਣ ਮੇਰੀ ਮਾਂ ਬੋਲ ਰਹੀ ਹੈ, ਹੁਣ ਮੇਰਾ ਬਾਪੂ ਬੋਲ ਰਿਹਾ, ਹੁਣ ਮੇਰੇ ਤਾਇਆ ਜੀ ਬੋਲਦੇ ਨੇ, ਹੁਣ ਮੇਰੀ ਵੱਡੀ ਭੈਣ ਬੋਲਦੀ ਹੈ। ਘਰੋਂ ਜਿਹੜੀ ਆਵਾਜ਼ ਆ ਰਹੀ ਹੋਵੇ ਉਹਨੂੰ ਫਟਾਫਟ ਦੱਸ ਦਿੰਦਾ। ਹਾਂਜੀ, ਪ੍ਰਿਥਕ ਪ੍ਰਿਥਕ ਕਰਦਾ ਹੀ ਬਤਾਵੇ। ਤੇ ਵੱਖਰੀ ਵੱਖਰੀ ਦੱਸਦਾ, ਉਹ ਵਾਰੀ ਵਾਰੀ ਦੱਸਦਾ, ਸਾਰਿਆਂ ਦਾ ਨਿਰਣਾ ਕਰਕੇ ਦੱਸਦਾ ਵੀ ਅੰਦਰ ਆਵਾਜ਼ ਜਿਹੜੀ ਆ ਰਹੀ ਹੈ ਇਹ ਮੇਰੇ ਪਿਤਾ ਜੀ ਦੀ ਹੈ, ਇਹ ਮੇਰੀ ਮਾਤਾ ਜੀ ਦੀ ਹੈ, ਇਹ ਮੇਰੀ ਦਾਦੀ ਬੋਲਦੀ ਹੈ, ਇਹ ਮੇਰਾ ਦਾਦਾ ਬੋਲਦਾ ਹੈ, ਮੇਰਾ ਤਾਇਆ ਬੋਲਦਾ ਹੈ, ਤਾਈ ਬੋਲਦੀ ਹੈ। ਹਾਂਜੀ, ਇਹ ਮਮ ਪਿਤਾ ਬਾਕ ਇਹ ਮਾਤਾ। ਇਹ ਮੇਰੇ ਪਿਤਾ ਦੀ ਆਵਾਜ਼ ਹੈ, ਇਹ ਮੇਰੀ ਮਾਂ ਦੀ ਆਵਾਜ਼ ਹੈ। ਹਾਂਜੀ, ਇਹ ਭਗਨੀ ਬਚ ਇਹ ਕਹਿ ਭਰਾਤਾ। ਇਹ ਮੇਰੀ ਭੈਣ ਬੋਲ ਰਹੀ ਹੈ, ਇਹ ਮੇਰਾ ਭਰਾ ਬੋਲ ਰਿਹਾ। ਹਾਂਜੀ, ਇਹ ਮੈਂ ਸਮਝਹਿ ਗੋ ਹੋਏ ਸਬਧਾਨਾ। ਇਹ ਭਾਈ ਗੁਰਦਾਸ ਜੀ, ਹੁਣ ਜਦੋਂ ਗੁਰੂ ਸਾਹਿਬ ਬੋਲਣਗੇ ਨਾ ਤੈਨੂੰ ਸਾਰੀ ਸਮਝ ਆਵੇਗੀ ਵੀ ਪਹਿਲੇ ਪਾਤਸ਼ਾਹ ਬੋਲ ਰਹੇ ਹੈ ਕਿ ਦੂਜੇ ਪਾਤਸ਼ਾਹ ਬੋਲ ਰਹੇ ਹੈ ਕਿ ਤੀਜੇ ਪਾਤਸ਼ਾਹ ਬੋਲ ਰਹੇ ਕਿ ਚੌਥੇ ਬੋਲ ਰਹੇ। ਭਗਤ ਬੋਲਣਗੇ ਉਹ ਵੀ ਤੈਨੂੰ ਆਵਾਜ਼ ਆਵੇਗੀ ਤੇ ਤੂੰ ਲਿਖੀ ਜਾਈਂ, ਆਖੋ ਸਤਿਨਾਮ ਤੂੰ ਸਾਡਾ ਬੱਚਾ ਹੈ, ਤੂੰ ਗੁਰੂ ਨਾਨਕ ਦੇ ਘਰ ਦਾ ਬੱਚਾ ਹੈ। ਹਾਲਾਂਕਿ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਹਨ, ਰਿਸ਼ਤੇ 'ਚ ਗੁਰੂ ਰਾਮਦਾਸ ਜੀ ਦੇ ਸਾਲਾ ਸਾਹਿਬ ਲੱਗਦੇ ਹਨ, ਤੇ ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਹਨ, ਤੇ ਗੁਰੂ ਘਰ ਦੇ ਵਿੱਚ ਉਹਨਾਂ ਦੀ ਸਾਰੀ ਉਮਰ ਲੰਘੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੁਣ ਤੁਸੀਂ ਗੁਰੂ ਘਰ ਦੇ ਬੱਚੇ ਜੋ ਹੋ। ਤੇ ਗੁਰੂ ਘਰ ਵਿੱਚ ਵੱਡੇ ਪਾਤਸ਼ਾਹ ਬੋਲੇ ਨੇ, ਪਹਿਲੇ ਪਾਤਸ਼ਾਹ ਬੋਲੇ, ਦੂਜੇ ਪਾਤਸ਼ਾਹ ਬੋਲੇ, ਤੀਜੇ ਬੋਲੇ, ਤੁਹਾਨੂੰ ਸਾਰੀ ਆਵਾਜ਼ ਤੋਂ ਪਛਾਣ ਆਵੇਗੀ। ਉਹ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜਦ ਲਿਖਿਆ ਉਹ ਕੋਈ ਗੰਮੀ ਖੇਡ ਹੈ, ਕੋਈ ਛੋਟੀ ਮੋਟੀ ਖੇਡ ਥੋੜਾ ਹੋਈ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਬੰਦਾ ਲਿਖ ਸਕਦਾ, ਨਾ ਗੁਰੂ ਗ੍ਰੰਥ ਸਾਹਿਬ ਕੋਈ ਪੜ੍ਹ ਸਕਦਾ, ਉਹਦੀ ਕਿਰਪਾ ਨਾਲ ਹੀ ਸਾਰੀ ਖੇਡ ਹੁੰਦੀ। ਇਹ ਅਗੰਮੀ ਖੇਡ ਹੈ। ਮਹਾਰਾਜ ਕਹਿੰਦੇ ਸਾਵਧਾਨ ਹੋ ਕੇ ਤੁਸੀਂ ਬੈਠੋ, ਲਿਖਣਾ ਸ਼ੁਰੂ ਕਰੋ, ਤੁਹਾਨੂੰ ਸੁਣਾਈ ਦੇਗੀ ਆਵਾਜ਼ ਪਹਿਲੇ ਪਾਤਸ਼ਾਹ ਦੀ, ਤੇ ਤੁਸੀਂ ਮਹੱਲਾ ਪਹਿਲਾ ਲਿਖੋਗੇ। ਜਦੋਂ ਆਵਾਜ਼ ਆਏਗੀ ਗੁਰੂ ਅੰਗਦ ਦੇਵ ਜੀ ਤੇ ਤੁਸੀਂ ਮਹੱਲਾ ਦੂਜਾ ਲਿਖੋਗੇ। ਜਦੋਂ ਆਵਾਜ਼ ਆਏਗੀ ਤੀਸਰੇ ਪਾਤਸ਼ਾਹ ਦੇ ਤੀਸਰੇ ਜਾਮੇ ਦੀ ਮਹੱਲਾ ਤੀਜਾ ਲਿਖੋਗੇ। ਜਦੋਂ ਆਵਾਜ਼ ਆਏਗੀ ਚੌਥੇ ਪਾਤਸ਼ਾਹ ਦੀ ਤੁਸੀਂ ਮਹੱਲਾ ਚੌਥਾ ਲਿਖੋਗੇ। ਜਦੋਂ ਸਾਡੇ ਜਾਮੇ 'ਚੋਂ ਆਵਾਜ਼ ਆਏਗੀ ਪੰਜਵਾਂ ਲਿਖੋਗੇ। ਭਗਤਾਂ ਦੀ ਆਵਾਜ਼ ਆਏਗੀ ਤਾਂ ਭਗਤਾਂ ਦੇ ਨਾਂ ਲਿਖੋਗੇ, ਭੱਟਾਂ ਦੀ ਆਏਗੀ ਤੇ ਭੱਟਾਂ ਦੇ ਲਿਖੋਗੇ। ਸਭ ਉਦਾਂ ਹੀ ਪ੍ਰਕਾਸ਼ ਹੋਏਗਾ ਤੁਹਾਨੂੰ। ਹਾਂਜੀ, ਲਿਖ ਗੁਰਬਾਣੀ ਸੁਫਲ ਮਹਾਨਾ। ਭਾਈ ਸਾਹਿਬ ਜੀ ਤੁਸੀਂ ਇਸ ਘਰ ਦੇ ਬੱਚੇ ਹੋ ਨਾ, ਇਸ ਘਰ ਦੇ ਜੀਓ ਤੁਸੀਂ। ਆਪਣੇ ਘਰ ਦਾ ਸਭ ਨੂੰ ਪਤਾ ਹੁੰਦਾ, ਜਿਵੇਂ ਬੱਚੇ ਨੂੰ ਪਤਾ ਹੁੰਦਾ ਅੰਦਰ ਮਾਂ ਬੋਲਦੀ ਹੈ, ਬਾਪੂ ਬੋਲਦਾ, ਬਾਹਰੋਂ ਹੀ ਦੱਸੀ ਜਾਂਦਾ। ਉਹ ਬੱਚੇ ਨੂੰ ਉਸ ਵੇਲੇ ਸਿਰਫ ਆਵਾਜ਼ ਸੁਣਾਈ ਦਿੰਦੀ ਹੈ, ਸਰੀਰ ਨਹੀਂ ਦਿਖਦਾ ਮਾਂ ਬੋਲਦੀ ਹੈ, ਪਰ ਮਾਂ ਦੀ ਆਵਾਜ਼ ਤੋਂ ਹੀ ਪਛਾਣ।
ਇਦਾਂ ਤੁਹਾਨੂੰ ਸਰੀਰ ਦੇ ਦਰਸ਼ਨ ਨਹੀਂ ਹੋਣ, ਤੁਹਾਨੂੰ ਆਵਾਜ਼ ਦਾ ਸ਼ਬਦ ਦਾ ਪਤਾ ਲੱਗੇਗਾ। ਲਿਖੋ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਰੋ, ਆਪੇ ਕਲਾ ਵਰਤੇਗੀ। ਹਾਂਜੀ, ਇਵੇਂ ਸੁਣ ਕੇ ਭਾਈ ਗੁਰਦਾਸੂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਵਰ ਮਿਲਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਣ ਦਾ ਵਰ ਦਿੱਤਾ ਮਹਾਰਾਜ ਪੰਜਵੇਂ, ਪੂਰੀ ਤਾਕਤ ਦਿੱਤੀ। ਗੁਰੂ ਗ੍ਰੰਥ ਸਾਹਿਬ ਲਿਖਣਾ ਸਾਡੇ ਕੋਲੋਂ ਤਾਂ ਸਾਧ ਸੰਗਤ ਜੀ ਜਿਹੜੇ ਕਿੰਤੂ ਪਰੰਤੂ ਕਰਦੇ ਨਾ, ਇਹਨਾਂ ਕੋਲੋਂ ਵਿਚਾਰਿਆਂ ਕੋਲੋਂ ਐਪਲੀਕੇਸ਼ਨ ਨਹੀਂ ਲਿਖੀ ਜਾਂਦੀ। ਇਹ ਜਿੱਥੇ ਨੌਕਰੀ ਕਰਦੇ ਨਾ, ਉੱਥੇ ਕੋਈ ਛੁੱਟੀ ਦੀ ਐਪਲੀਕੇਸ਼ਨ ਭਰਨੀ, ਮੇਰੇ ਵਰਗਿਆਂ ਨੂੰ ਕਹਿੰਦੇ ਫਿਰਨਗੇ ਆ ਜੀ ਕਿੱਦਾਂ ਲਿਖੀਏ। ਹਾਂਜੀ, ਤੇ ਛੋਟੀ ਜੀ ਦੋ ਅੱਖਰ ਲਿਖਣੇ ਹੁੰਦੇ ਆ, ਉਹ ਨਹੀਂ ਆਉਂਦੇ। ਤੇ ਉਹ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਕਰਦੇ, ਉਹ ਬਾਣੀ ਲਿਖਣੀ ਪੜ੍ਹਨੀ ਕੋਈ ਸੌਖੀ, ਉਹ ਤਾਂ ਮਾਰੇ ਆਪ ਕਰਾਰੇ ਪਰਮੇਸ਼ਰ ਜੀ, ਅਕਾਲ ਪੁਰਖ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ, ਧਰਿਓ ਸੀਸ ਪਗ ਪੰਕਜ ਪਾਸੋ। ਗੁਰੂ ਮਹਾਰਾਜ ਦੇ ਚਰਨਾਂ 'ਚ ਭਾਈ ਗੁਰਦਾਸ ਜੀ ਨੇ ਸੀਸ ਰੱਖਿਆ, ਗੁਰੂ ਅਰਜਨ ਦੇਵ ਦੇ ਚਰਨਾਂ 'ਚ ਮੱਥਾ ਟੇਕਿਆ, ਫਿਰ ਬੜੇ ਪਿਆਰ ਨਾਲ ਆਪਣਾ ਮੱਥਾ ਨਾ ਸਿਰ ਹੀ ਮਹਾਰਾਜ ਦੇ ਪੈਰਾਂ 'ਚ ਰੱਖ ਦਿੱਤਾ। ਹਾਂਜੀ, ਕਿਰਪਾ ਦ੍ਰਿਸ਼ਟ ਗੁਰ ਕੀ ਦਬ ਪਾਏ। ਤੇ ਗੁਰੂ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਕੀਤੀ। ਧੰਨ ਗੁਰੂ ਅਰਜਨ ਸਾਹਿਬ ਜੀ ਆਪਣੇ ਮਿਹਰਾਂ ਦੇ ਘਰ 'ਚ ਆਏ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ, ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਹਾਂਜੀ, ਤੀਨ ਕਾਲ ਗਿਆਤਾ ਹੋਏ ਆਈ। ਤਿੰਨਾਂ ਕਾਲਾਂ ਦੀ ਸੋਝੀ ਹੋ ਗਈ, ਭੂਤ ਕਾਲ ਵਿੱਚ, ਵਰਤਮਾਨ ਵਿੱਚ ਤੇ ਫਿਊਚਰ ਵਿੱਚ ਕੀ ਹੋਣਾ ਸਭ ਪਤਾ ਲੱਗ ਗਿਆ। ਹਾਂਜੀ, ਕਾਗਜ਼ ਕੇ ਸੁਧਾਰ ਕਰ ਪਤਰੇ। ਸਾਧ ਸੰਗਤ ਜੀ, ਕਾਗਜ਼ ਦੇ ਪੱਤਰੇ, ਕਸ਼ਮੀਰੀ ਕਾਗਜ਼ ਬੜਾ ਸੋਹਣਾ ਮਹਿੰਗਾ ਕਾਗਜ਼ ਮੰਗਾਇਆ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਤਿਆਰੀ ਕਰਕੇ ਦਿੱਤੀ ਸੀ। ਉਹਨਾਂ ਪੱਤਰਿਆਂ ਨੂੰ 8-8 ਪੱਤਰੇ ਇਦਾਂ ਮੋੜੇ ਜਾਂਦੇ ਆ, ਯਾਨੀ 4 ਇੱਧਰ ਚਾਦਰ ਇਦਾਂ ਕਰਕੇ ਉਹ 8 ਪੱਤਰੇ ਤੇ 16 ਪੰਨੇ ਬਣ ਜਾਂਦੇ ਆ। ਉਹਨੂੰ ਸੈਂਚੀ ਕਹਿੰਦੇ ਆ। ਅੱਜ ਕੱਲ੍ਹ ਤਾਂ ਅਸੀਂ ਵੱਡੀਆਂ ਪੋਥੀਆਂ ਨੂੰ ਸੈਂਚੀ ਕਹਿੰਦੇ ਹਾਂ, ਪਰ ਅਸਲ ਵਿੱਚ ਸੈਂਚੇ ਛੋਟੇ ਛੋਟੇ ਹੁੰਦੇ ਸੀ। ਉਹ ਜੁੱਜ ਬਣਾ ਕੇ, ਜੁੱਜ ਬੰਦੀ ਤੇ ਫਿਰ ਉਹਦੇ ਪਿੱਛੋਂ ਦੀ ਧਾਗਾ ਮਾਰ ਕੇ ਤੇ ਉਹਨੂੰ ਜਿਲਦ ਬੰਨਦੇ ਸੀ। ਅਜੇ ਵੀ ਜਿਹੜੇ ਬਾਈਂਡਿੰਗ ਕਰਨ ਵਾਲੇ ਉਹਨਾਂ ਕੋਲ ਤੁਸੀਂ ਦੇਖਿਆ ਹੋਣਾ। ਉਹ 8-8 ਪੱਤਰਿਆਂ ਦੀ 16-16 ਪੰਨਿਆਂ ਦੀ ਇੱਕ ਇੱਕ ਸੈਂਚੀ ਸੁਧਾਰ ਕੇ ਤਿਆਰ ਕੀਤੀ ਹੈ। ਹਾਂਜੀ, ਰੁਚਰ ਪ੍ਰਮਾਣ ਕੀਨ ਤਬ ਕਟਰੇ। ਤੇ ਇੱਕੋ ਜਿਹੀ ਉਹਦੀ ਕਟਿੰਗ ਕੀਤੀ ਹੈ, ਵੱਡੇ ਛੋਟੇ ਨਹੀਂ, ਇੱਕੋ ਜਿੰਨੇ ਲੰਮੇ ਸਾਈਜ਼ ਦੇ ਸੋਹਣੇ ਉਹਨਾਂ ਦੀ ਬਰਾਬਰ ਵੀ, ਤਾਂ ਕਿ ਜਦੋਂ ਜਿਲਦ ਬੰਨੇ ਤੇ ਉਹ ਇੱਕੋ ਜਿਹੇ ਨਜ਼ਰ ਆਉਣ, ਵੱਡੇ ਛੋਟੇ ਨਾ ਹੋਣ। ਫਿਰ ਉਹਨਾਂ ਦਾ ਹਾਸੀਆ ਲੈਣ ਮਾਰੀ ਜਾਂਦੀ ਵੀ ਇੰਨੀ ਜਗ੍ਹਾ ਛੱਡਣੀ ਹੈ ਪਿੱਛੇ ਜਿਲਦ ਬੰਦੀ ਵਾਸਤੇ, ਇੰਨੀ ਅੱਗੇ ਹਾਸੀਆ ਛੱਡਣਾ ਹੈ ਲਿਖਣ ਤੋਂ ਬਾਅਦ ਅਗਲੇ ਪਾਸੇ, ਤੇ ਉੱਪਰ ਕਿੰਨੀ ਜਗ੍ਹਾ ਛੱਡਣੀ ਹੈ ਤੇ ਥੱਲੇ ਉਹਨੂੰ ਸੁਧਾਰ ਕੇ ਭਾਈ ਗੁਰਦਾਸ ਜੀ ਬੈਠੇ ਹਨ। ਹਾਂਜੀ, ਪਾਏ ਨੀਰ ਸਿਆਹੀ ਕਰ ਤਿਆਰੀ। ਤੇ ਸਿਆਹੀ ਬੜੀ ਸੋਹਣੀ ਤਿਆਰ ਕਰਵਾਈ ਹੈ। ਬਾਬਾ ਬੁੱਢਾ ਜੀ ਨੇ ਸਾਰਾ ਉਹ ਆਪਣੀ ਦੇਖ ਰੇਖ ਵਿੱਚ ਕਰਵਾਇਆ। ਸਿਆਹੀ ਦੇ ਵਿੱਚ ਸੋਨਾ ਪਾਇਆ। ਹਾਂਜੀ, ਗੁਰੂ ਸਿਮਰ ਲੇਖਣ ਕਰ ਧਾਰੀ। ਤੇ ਕੱਚੇ ਉਦੋਂ ਕਲਮਾਂ ਹੁੰਦੀਆਂ ਸੀ, ਅੱਜ ਕੱਲ੍ਹ ਤਾਂ ਪੈਨ ਵਗੈਰਾ ਨੇ। ਉਹ ਸਿਆਹੀ ਤਿਆਰ ਕਰਕੇ ਤੇ ਕਾਨਿਆਂ ਨੂੰ ਘੜ ਕੇ ਉਹਦੀਆਂ ਕਲਮਾਂ ਤਿਆਰ ਕਰਕੇ ਬਾਬਾ ਬੁੱਢਾ ਜੀ ਦਿੱਤੀਆਂ, ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਕਲਮ ਚੁੱਕੀ ਹੈ ਭਾਈ ਗੁਰਦਾਸ। ਹਾਂਜੀ, ਸ਼੍ਰੀ ਅਰਜਨ ਪੋਥੀ ਤਬ ਖੋਲੀ। ਤੇ ਭਾਈ ਸਾਹਿਬ ਇੱਕ ਪਾਸੇ ਇਦਾਂ ਚੌਂਕੀ ਰੱਖੀ ਹੁੰਦੀ ਸੀ ਜਿਹਦੇ ਉੱਤੇ ਉਹ ਲਿਖਦੇ ਸਨ। ਪੁਰਾਣੇ ਜ਼ਮਾਨੇ 'ਚ ਲਿਖਣ ਦੇ ਵਾਸਤੇ ਨਾ ਇੱਕ ਢਲਾਈ ਵਾਲੀ ਚੌਂਕੀ ਹੁੰਦੀ ਸੀ। ਅਜੇ ਵੀ ਉਹ ਤੁਸੀਂ ਇੰਡੀਆ 'ਚ ਦੇਖਿਆ ਹੋਣਾ। ਮੁਨੀਮ ਲੋਕ ਜਿਹੜੇ ਨੇ ਲਿਖਦੇ ਨੇ ਉਹ ਉੱਦਾਂ ਹੀ ਵਰਤਦੇ ਨੇ, ਤੇ ਆੜਤੀਆਂ ਵਗੈਰਾ ਕੋਲ ਵੀ ਦੇਖੀ ਹੋਣੀ, ਉਹ ਬਣੀ ਹੁੰਦੀ ਢਾਲ ਦਾ। ਇੱਦਾਂ ਦੀ ਚੌਂਕੀ ਤਿਆਰ ਹੈ, ਉਹਦੇ ਉੱਤੇ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਰੱਖ ਲਏ ਨੇ ਲਿਖਣ ਵਾਸਤੇ। ਤੇ ਉਧਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਹ ਗੁਰਬਾਣੀ ਦੀਆਂ ਪੋਥੀਆਂ ਜੋ ਸ੍ਰੀ ਗੋਇੰਦਵਾਲ ਸਾਹਿਬ ਤੋਂ ਲਿਆਂਦੀਆਂ, ਤੇ ਹੋਰ ਵੀ ਜਿੱਥੇ ਜਿੱਥੇ ਗੁਰਬਾਣੀ ਦੀਆਂ ਪੋਥੀਆਂ ਇਕੱਠੀਆਂ ਕੀਤੀਆਂ, ਉਹਨਾਂ ਪੋਥੀਆਂ ਨੂੰ ਸਾਹਮਣੇ ਪੀੜ੍ਹੇ ਤੇ ਪ੍ਰਕਾਸ਼ ਕੀਤਾ। ਹਾਂਜੀ, ਏਤ ਲਿਖਾਵਨ ਗਿਰਾ ਅਮੋਲੀ। ਇੱਕ ਗੁਰੂ ਕੀ ਬਾਣੀ, ਅਨਮੁੱਲੀ ਬਾਣੀ, ਅੰਮ੍ਰਿਤਮਈ ਬਾਣੀ ਲਿਖਵਾਉਣ ਲੱਗੇ ਹਨ। ਹਾਂਜੀ, ਪ੍ਰਥਮ ਸਿਮਰ ਸ਼੍ਰੀ ਨਾਨਕ ਨਾਮੋ। ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ। ਹਾਂਜੀ, ਨਮੋ ਕੀਨ ਧਰ ਧਿਆਨ ਪਿਰਾਮੋ। ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਮੱਥਾ ਟੇਕਿਆ। ਗੁਰੂ ਅਰਜਨ ਦੇਵ ਜੀ ਧਿਆਨ ਧਰ ਕੇ, ਹੇ ਗੁਰੂ ਨਾਨਕ ਦੇਵ ਜੀ, ਹੇ ਗੁਰੂ ਅੰਗਦ ਦੇਵ ਜੀ, ਹੇ ਗੁਰੂ ਅਮਰਦਾਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪਣੇ ਦਾਸਾਂ ਤੇ ਆਪਣੇ ਬੱਚਿਆਂ ਤੇ ਕਿਰਪਾ ਕਰੋ। ਇਹ ਕਾਰਜ ਆਪ ਜੀ ਆਪਣਾ ਜਾਣ ਕੇ ਆਪ ਹੀ ਕਰਵਾ ਲਓ। ਹਾਂਜੀ,
ਪੂਰਬ ਸ਼੍ਰੀ ਜਪਜੀ ਲਿਖਵਾਈ। ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਲਿਖਣਾ। ਔਰ ਇਹ ਜਪਜੀ ਸਾਹਿਬ ਜਿਹੜਾ ਲਿਖਿਆ ਇਹ ਗੁਰੂ ਰਾਮਦਾਸ ਜੀ ਦੇ ਹੱਥ ਦਾ ਲਿਖਿਆ ਹੋਇਆ। ਗੁਰੂ ਰਾਮਦਾਸ ਜੀ ਨੇ ਇੱਕ ਪੋਥੀ ਜਪਜੀ ਸਾਹਿਬ ਦੀ ਆਪਣੇ ਹੱਥਾਂ ਨਾਲ ਲਿਖੀ ਸੀ, ਬੜੀ ਸੋਧ ਕੇ ਲਗ ਮਾਤਰ। ਉਹਨੂੰ ਕਹਿੰਦੇ ਆ ਗੁਰੂ ਰਾਮਦਾਸ ਜੀ ਦਾ ਜਪ ਨਿਸ਼ਾਨ। ਕਦੀ ਤੁਸੀਂ ਹੱਥ ਲਿਖਤ ਬੀੜਾਂ ਦੇ ਦਰਸ਼ਨ ਕਰੋ। ਦਾਸ ਨੂੰ ਬਹੁਤ ਮਹਾਰਾਜ ਸਾਹਿਬ ਜੀ ਨੇ ਮੌਕੇ ਬਖਸ਼ੇ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਨ। ਜਿਹੜੀਆਂ ਛਾਪੇ ਵਾਲੀਆਂ ਬੀੜਾਂ ਨੇ ਇਹਦੇ ਵਿੱਚ ਤਾਂ ਨਹੀਂ ਛਪਦਾ, ਪਰ ਹੱਥ ਲਿਖਤਾਂ 'ਚ ਲਿਖਿਆ ਹੁੰਦਾ। ਜਿੱਥੇ ਤਤਕਰਾ ਲਿਖਦੇ ਨਾ, ਤਤਕਰੇ ਵਿੱਚ ਲਿਖਿਆ ਹੁੰਦਾ ਜਪ ਨਿਸ਼ਾਨ। ਤੇ ਅੱਗੇ ਲਿਖਿਆ ਹੁੰਦਾ ਸੀ ਜਪ ਨਿਸ਼ਾਨ, ਤਾਂ ਹੁਣ ਵੀ ਲਿਖਦੇ ਆ ਜਪਜੀ ਸਾਹਿਬ ਦਾ। ਉੱਥੇ ਜਪਜੀ ਸਾਹਿਬ ਨੇ ਲਿਖ ਦਿੱਤੇ ਜਪ ਨਿਸ਼ਾਨ ਲਿਖ। ਨਿਸ਼ਾਨ ਦਾ ਮਤਲਬ ਹੁੰਦਾ ਦਸਖਤ। ਤੇ ਉੱਥੇ ਪੁਰਾਣੀਆਂ ਬੀੜਾਂ 'ਚ ਲਿਖਿਆ ਹੁੰਦਾ ਸੀ ਜਪ ਨਿਸ਼ਾਨ ਸ੍ਰੀ ਗੁਰੂ ਰਾਮਦਾਸ ਜੀ ਕੇ ਦਸਖਤਾਂ ਕਾ ਨਕਲ। ਫਿਰ ਅੱਗੇ ਉਹ ਤੋਂ ਜਿਹੜੀ ਬੀੜਾਂ ਉਤਰੀਆਂ ਉਹਦੇ 'ਚ ਇਉਂ ਵੀ ਪੜ੍ਹਿਆ ਸੀ ਗੁਰੂ ਰਾਮਦਾਸ ਜੀਓ ਕੇ ਦਸਖਤਾਂ ਕੇ ਨਕਲ ਕਾ ਨਕਲ, ਨਕਲ ਕਾ ਨਕਲ, ਨਕਲ ਕਾ। ਕਈ ਵਾਰੀ ਤਾਂ 20-25 ਵਾਰੀ ਮੈਂ ਦੇਖਿਆ ਨਕਲ ਕਾ ਨਕਲ, ਨਕਲ ਕਾ ਨਕਲ, ਨਕਲ ਕਾ ਨਕਲ। ਉਹਦਾ ਮਤਲਬ ਇਹ ਹੈ ਵੀ ਗੁਰੂ ਰਾਮਦਾਸ ਜੀ ਦੇ ਹੱਥ ਤੋਂ ਜਿਹੜੀ ਨਕਲ ਕੀਤੀ ਉਸ ਤੋਂ ਗਾਂ ਜਿਹੜੀ ਨਕਲ ਹੋਈ, ਉਸ ਤੋਂ ਗਾਂ ਨਕਲ ਹੋਈ, ਕਰਦੇ ਕਰਦੇ ਉਹਨਾਂ ਲਿਖਾਰੀਆਂ ਨੇ ਉਹ ਲਿਖਿਆ ਵੀ ਇੰਨੇ ਨੰਬਰ ਤੇ ਅਸੀਂ ਕਰ ਰਹੇ ਹਾਂ। ਇਦਾਂ ਹੁੰਦਾ ਸੀਗਾ। ਤਾਂ ਗੁਰੂ ਰਾਮਦਾਸ ਜੀ ਨੇ ਇੱਕ ਪੋਥੀ ਜਪਜੀ ਸਾਹਿਬ ਦੀ ਲਿਖੀ ਸੀ ਹੱਥ ਨਾਲ ਸੋਧ ਕੇ, ਬੜਾ ਸ਼ੁੱਧ ਪਾਠ ਉਹਦਾ। ਇਹ ਜਿਹੜਾ ਹੁਣ ਆਪਾਂ ਪਾਠ ਪੜ੍ਹਦੇ ਹਾਂ ਜਪਜੀ ਸਾਹਿਬ ਸ਼ੁੱਧ, ਇਹ ਗੁਰੂ ਰਾਮਦਾਸ ਦਾ ਸੋਧਿਆ ਹੋਇਆ। ਉਹਨਾਂ ਨੇ ਆਪ ਇਹਨੂੰ ਸੋਧ ਕੇ ਲਿਖਿਆ ਸੀ। ਸੋ ਉਹ ਪਹਿਲੀ ਜਿਹੜੀ ਭੀੜ ਮਹਾਰਾਜ ਲਿਖਾਣ ਲੱਗੇ ਭਾਈ ਗੁਰਦਾਸ ਜੀ ਕੋਲੋਂ, ਉਸ ਪੋਥੀ ਤੋਂ ਤਾਰਾ ਕਰ ਰਹੇ ਜਿਹੜੀ ਸ੍ਰੀ ਗੁਰੂ ਰਾਮਦਾਸ ਜੀ ਦੇ ਹੱਥ ਦੀ ਲਿਖੀ ਹੋਈ ਸੀ। ਹਾਂਜੀ। ਰੁਚਿਰ ਮੰਗਲਾ ਚਰਨ ਸੁਹਾਈ। ਮੰਗਲਾ ਚਰਨ ਲਿਖਣਾ ਸੋਹਣਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਇਹ ਮਹਾਰਾਜ ਆਪ ਪੰਜਵੇਂ ਪਾਤਸ਼ਾਹ ਜੀ ਨੇ ਲਿਖ ਕੇ ਦਿੱਤਾ। ਹਾਂਜੀ। ਪੌੜੀ 4.5 ਉਚਾਰੀ। ਫਿਰ 4.5 ਪੌੜੀਆਂ ਜਿਹੜੀਆਂ ਨੇ ਉਹ ਜਪਜੀ ਸਾਹਿਬ ਦੀਆਂ ਲਿਖਵਾਈਆਂ ਨੇ ਪਹਿਲੇ ਦਿਨ। ਹਾਂਜੀ। ਪਾਰ ਬ੍ਰਹਮ ਵਰਣਨ ਸੁਖਕਾਰੀ। ਜਿਹਦੇ ਵਿੱਚ ਪਾਰ ਬ੍ਰਹਮ ਦਾ ਸਰੂਪ ਦਾ ਵਰਣਨ ਕੀਤਾ ਹੈ। ਹਾਂਜੀ। ਡੇਢ ਵਿਖੇ ਗੁਰ ਮਹਿਮਾ ਕਹੀ। ਤੇ ਅਗਲੇ 1.5 ਪੌੜੀ ਦੇ ਵਿੱਚ ਜਿੱਥੇ ਥਾਪਿਆ ਨਾ ਜਾਏ ਸ਼ੁਰੂ ਹੁੰਦਾ, ਉਸ ਦੀ ਅੱਧੀ ਪੌੜੀ ਤੋਂ ਬਾਅਦ ਗੁਰੂ ਦੀ ਮਹਿਮਾ ਸ਼ੁਰੂ ਕੀਤੀ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਉਸ ਤੋਂ ਅੱਗੇ ਤੀਰਥ ਨਹਾਵਾ ਜੇ ਤਿਸ ਪਾਵਾ। ਇਹ 1.5 ਪੌੜੀ ਦੇ ਗੁਰੂ ਦੀ ਮਹਿਮਾ ਦੱਸੀ ਹੈ। ਹਾਂਜੀ। ਕੀਨ ਮੰਗਲਾ ਚਰਨੈ ਸਹੀ। ਇਹ ਸਾਰੀ 6 ਪੌੜੀਆਂ ਜਿਹੜੀਆਂ ਨੇ ਅਕਾਲ ਪੁਰਖ ਦਾ ਤੇ ਗੁਰੂ ਦਾ ਹੀ ਜਸ ਕਰਕੇ ਦਾ ਮੰਗਲਾ ਚਰਨ ਕੀਤਾ। ਮੰਗਲਾ ਚਰਨ ਕੋਈ ਵੀ ਗ੍ਰੰਥ ਹੋਵੇ ਨਾ ਉਹਦੇ ਸ਼ੁਰੂ 'ਚ ਕਰਦੇ ਨੇ। ਜੇ ਮੰਗਲਾ ਚਰਨ ਨਾ ਕਰੀਏ ਤਾਂ ਪੜ੍ਹਨ ਵਾਲੇ ਨੂੰ ਇਹ ਭੁਲੇਖਾ ਪੈਂਦਾ ਵੀ ਜਿਹੜਾ ਲਿਖਣ ਵਾਲਾ ਸੀ ਉਹ ਨਾਸਤਕ ਸੀ। ਵੀ ਜਿਹਨੇ ਮੰਗਲਾ ਚਰਨ ਨਹੀਂ ਕੀਤਾ, ਕਿਸੇ ਨੂੰ ਯਾਦ ਹੀ ਨਹੀਂ ਕੀਤਾ ਪਰਮਾਤਮਾ ਨੂੰ, ਗੁਰੂ ਨੂੰ, ਐਵੇਂ ਸਿੱਧਾ ਹੀ ਲਿਖਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਪੁਰਾਣੇ ਜ਼ਮਾਨੇ 'ਚ ਰਿਵਾਜ ਸੀ ਗ੍ਰੰਥ ਦੇ ਸ਼ੁਰੂ 'ਚ ਮੰਗਲਾ ਚਰਨ ਜ਼ਰੂਰ ਕਰਦੇ ਸੀ। ਜੇ ਮੰਗਲਾ ਚਰਨ ਨਾ ਕਰਿਓ, ਪੜ੍ਹਨ ਵਾਲਾ ਕਹਿੰਦਾ ਸੀ ਲਿਖਣ ਵਾਲਾ ਨਾਸਤਕ, ਚੁੱਕ ਕੇ ਪਰੇ ਰੱਖ ਦੇ। ਇਹ ਪੁਰਾਣਾ। ਇੱਥੋਂ ਤੱਕ ਵੀ ਜਿਹੜੇ ਧਾਰਮਿਕ ਗ੍ਰੰਥ ਨਹੀਂ, ਆਯੁਰਵੇਦ ਦੇ ਹਨ, ਵੈਦਿਕ ਦੇ ਹਨ, ਜਾਂ ਰਾਜਨੀਤੀ ਦੇ ਹਨ, ਜਾਂ ਸਮਾਜ ਸ਼ਾਸਤਰ ਹਨ, ਹੋਰ ਗ੍ਰੰਥ ਵੀ ਹਨ ਜਿਨ੍ਹਾਂ 'ਚ ਧਰਮ ਦੀ ਗੱਲ ਨਹੀਂ, ਉਹਨਾਂ ਵਿੱਚ ਵੀ ਮੰਗਲਾ ਚਰਨ ਲਿਖਿਆ ਹੁੰਦਾ। ਕਿਉਂ? ਤਾਂ ਕਿ ਪੜ੍ਹਨ ਵਾਲਿਆ ਧਰਮ ਨਾਲ ਥੋੜ੍ਹਾ ਜਿਹਾ ਜੁੜਿਆ ਰਹੇ, ਉਹਦੇ ਅੰਦਰ ਸ਼ਰਧਾ ਬਣੀ ਰਹੇ। ਜਿਹੜੇ ਗ੍ਰੰਥ ਵਿੱਚ ਮੰਗਲਾ ਚਰਨ ਨਹੀਂ ਹੁੰਦਾ ਉਸ ਗ੍ਰੰਥ ਨੂੰ ਆਸਤਕ ਲੋਕ ਪੜ੍ਹਦੇ ਹੀ ਨਹੀਂ ਸੀ, ਜ਼ਰੂਰੀ ਸੀ। ਸੋ ਮੰਗਲਾ ਚਰਨ ਗੁਰੂ ਦਾ ਪਹਿਲਾਂ ਪਰਮੇਸ਼ਰ ਦਾ ਕਰਕੇ ਫਿਰ ਗੁਰੂ ਦਾ ਕਰਕੇ 6 ਪੌੜੀਆਂ ਪੂਰਨ ਕੀਤੀਆਂ। ਹਾਂਜੀ। ਜੇ ਜੁਗ ਚਾਰੇ ਲਿਖੀ ਸੋ ਫੇਰੇ। ਫਿਰ 7ਵੀਂ ਪੌੜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ। ਇਹਦੇ 'ਚ ਵੈਰਾਗ ਲਿਖਿਆ। ਜਿੰਨਾ ਚਿਰ ਦੁਨੀਆ ਵੱਲੋਂ ਵੈਰਾਗ ਨਹੀਂ ਹੁੰਦਾ ਉਹਨਾਂ ਚਿਰ ਬੰਦਾ ਰੱਬ ਵਾਲੇ ਪਾਸੇ ਮੁੜਦਾ ਹੀ ਨਹੀਂ। ਜਿੰਨਾ ਚਿਰ ਬੰਦੇ ਨੂੰ ਦੁਨੀਆ ਕੌੜੀ ਨਹੀਂ ਲੱਗਦੀ, ਫਿੱਕੀ ਨਹੀਂ ਲੱਗਦੀ,
ਉਹਨਾਂ ਚਿਰ ਅੰਮ੍ਰਿਤ ਨਾਮ ਮਿੱਠਾ ਨਹੀਂ ਲੱਗਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਜੇ 4 ਯੁੱਗ ਵੀ ਤੇਰੀ ਉਮਰ ਹੋ ਗਈ, ਤੂੰ 9 ਖੰਡਾਂ 'ਚ ਵੀ ਪ੍ਰਸਿੱਧ ਹੋ ਗਿਆ, ਸਾਰੀ ਦੁਨੀਆ ਦਾ ਰਾਜਾ ਮਹਾਰਾਜਾ ਵੀ ਬਣ ਗਿਆ, ਤਾਂ ਵੀ ਕੁਛ ਨਹੀਂ, ਕੀਟਾ ਅੰਦਰ ਕੀਟ ਕਰ, ਕੀੜਿਆਂ 'ਚ ਕੀੜਾ, ਦੋਸੀ ਦੋਸ ਧਰੇ। ਇਹ ਮਹਾਰਾਜ ਨੇ ਵਿਰਾਗ ਦੱਸਿਆ 7ਵੀਂ ਪੌੜੀ 'ਚ। ਹਾਂਜੀ, ਇਸ ਮਹਿ ਭਲਿਓ ਵਿਰਾਗ ਵਡੇਰੇ। ਇਹਦੇ 'ਚ ਵਿਰਾਗ ਤੋਂ ਬਿਨਾਂ ਤੇ ਕੋਈ ਰੱਬ ਵਾਲੇ ਪਾਸੇ ਤੁਰ ਹੀ ਨਹੀਂ ਸਕਦਾ। ਵਿਰਾਗ ਤਾਂ ਜ਼ਰੂਰੀ ਹੈ ਨਾ। ਜੇ ਵਿਰਾਗ ਹੋਏਗਾ ਤਾਂ ਹੀ ਗੁਰਦੁਆਰੇ ਆਏਗਾ, ਗੁਰੂ ਦੀ ਗੱਲ ਸੁਣੇਗਾ, ਨਹੀਂ ਤਾਂ ਮਾਇਆ ਵਿੱਚ ਬਸਦਾ। ਕੀ ਲੋੜ ਹੈ ਰੱਬ ਦੀ? ਕਹਿੰਦੇ ਇਹ ਜਗ ਮਿੱਠਾ ਅੱਗਾ ਕਹਿੰਦੇ ਡਿੱਠਾ। ਉਹ ਬੰਦਾ ਕਦੀ ਇਸ ਪਾਸੇ ਨਹੀਂ ਜਾਂਦਾ। ਜਦੋਂ ਦੁਨੀਆ ਮਿੱਠੀ ਨਹੀਂ ਲੱਗਦੀ, ਕੌੜੀ ਲੱਗਦੀ ਹੈ, ਫਿਰ ਕਹਿੰਦਾ ਵੀ ਚਲੋ ਬਾਬੇ ਕੋਲ ਚੱਲੀਏ। ਹੁਣ ਵਿਰਾਗ ਜ਼ਰੂਰੀ ਹੈ। ਪਰਮਾਰਥ ਦੀ ਸੋਝੀ ਵਿਰਾਗ ਬਿਨਾਂ ਨਹੀਂ ਹੁੰਦੀ। ਹਾਂਜੀ, ਸ਼੍ਰਵਨ ਮਹਾਤਮ 4 ਮਝਾਰੀ। ਫਿਰ ਅੱਗੇ 4 ਪੌੜੀਆਂ 'ਚ ਸੁਣਨ ਦਾ ਮਹਾਤਮ ਦੱਸਿਆ। ਜਦੋਂ ਵਿਰਾਗ ਹੁੰਦਾ ਉਦੋਂ ਗੱਲ ਗੁਰੂ ਦੀ ਸੁਣਦਾ, ਉਦਾਂ ਤੇ ਨਹੀਂ ਸੁਣਦਾ। ਜਦੋਂ ਠੋਕਰ ਵੱਜਦੀ ਹੈ ਤਾਂ ਹੀ ਸੁਣਦਾ। ਫਿਰ ਸੁਣਨ ਦੀਆਂ 4 ਪੌੜੀਆਂ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਇਹ ਮਹਾਰਾਜ ਨੇ ਲਿਖੀਆਂ। ਹਾਂਜੀ, ਪੁਨਹ ਮਨਨ ਭਾਖਿਓ ਵਿੱਚ ਚਾਰੀ। ਫਿਰ 4 ਪੌੜੀ 'ਚ ਮੰਨਣ ਦਾ। ਜਿਹੜੀ ਗੱਲ ਸੁਣੀ ਹੈ ਉਹ ਮੰਨਣੀ ਵੀ ਜ਼ਰੂਰੀ ਹੈ। ਜੇ ਮੰਨੀ ਨਹੀਂ, ਸੁਣ ਲਈ ਕੱਲੀ, ਮੰਨੀ ਕੋਈ ਨਹੀਂ, ਫਿਰ ਵੀ ਗਿਆਨ ਨਹੀਂ ਹੁੰਦਾ। ਗਿਆਨ ਤਾਂ ਹੀ ਹੁੰਦਾ ਜੇ ਗੱਲ ਸੁਣ ਕੇ ਮੰਨੀ ਵੀ ਜਾਵੇ। ਹਾਂਜੀ, ਨਿਧਿਆਸਨ ਪੰਚੇ ਪਰਵਾਨ। ਫਿਰ ਉਹਦਾ ਨਿਧਿਆਸਨ ਕਰੀਦਾ। ਸੁਣ ਵੀ ਲਈ, ਮੰਨ ਵੀ ਲਈ, ਪਰ ਉਹਦਾ ਅਭਿਆਸ ਨਾ ਕੀਤਾ, ਫਿਰ ਉਹ ਵਿਸਰ ਜਾਂਦੀ ਹੈ। ਗੱਲ ਸੁਣੀ, ਟੀਚਰ ਨੇ ਇੱਕ ਵਾਰੀ ਪੜ੍ਹਾਇਆ ਕਲਾਸ ਵਿੱਚ, ਸੁਣ ਲਿਆ, ਉਸ ਵੇਲੇ ਮੰਨ ਵੀ ਲਿਆ, ਬਾਅਦ 'ਚ ਪ੍ਰੈਕਟਿਸ ਨਹੀਂ ਕੀਤੀ। ਪ੍ਰੈਕਟਿਸ ਨਹੀਂ ਕੀਤੀ, ਗੱਲ ਭੁੱਲ ਜਾਏਗੀ। ਉਹਦਾ ਫਿਰ ਜਿਹੜੀ ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਹੈ, ਉਹ ਪ੍ਰੈਕਟਿਸ ਕਰਾਈ। ਉਹਨੂੰ ਕਹਿੰਦੇ ਨਿਧਿਆਸਨ। ਹਾਂਜੀ, ਇਸ ਮਹਿ ਕੇ ਕੀਨ ਬਖਾਨ। ਇਹਦੇ 'ਚ ਨਿਧਿਆਸਨ ਬਾਰ-ਬਾਰ ਉੱਥੋਂ ਬਿਰਤੀ ਉਖੜ ਕੇ ਇਉਂ ਜਾਣੀ, ਉਹਨੂੰ ਫਿਰ ਉੱਥੇ ਲਿਆਉਣਾ। ਜਿਵੇਂ ਘੋੜਾ ਸਿਖਾਈ ਦਾ ਨਾ, ਜਦੋਂ ਚਾਲੇ ਪਾਈਦਾ, ਉਹ ਇਉਂ ਨੂੰ ਜਾਂਦਾ, ਉਹਨੂੰ ਫਿਰ ਮੋੜ ਕੇ ਉੱਥੇ ਲਿਆਉਣਾ। ਇੱਧਰ ਜਾਂਦਾ ਤਾਂ ਇੱਥੇ ਲਿਆਉਣਾ, ਇੱਥੇ ਚੱਲ। ਜਿਵੇਂ ਰਾਗੀ ਕੀਰਤਨ ਸਿਖਾਉਂਦੇ ਸਾਰੇ ਗਾ, ਉਹ ਕਹਿੰਦੇ ਉਹ ਸੁਰ ਵਾੜੀਏਗਾ ਪਿਛਾਂ ਦੀ, ਕਹਿੰਦੇ ਨਹੀਂ ਫੇਰ ਲਾ, ਐਨ ਸੁਰ ਕਰ। ਕੋਈ ਵੀ ਕੰਮ ਹੈ, ਬੰਦਾ ਨਵਾਂ ਬੰਦਾ ਉਹਨੂੰ ਗਲਤ ਕਰਦਾ, ਟੀਚਰ ਉਹਨੂੰ ਫਿਰ ਉੱਥੇ ਲਿਆਉਂਦਾ, ਨਹੀਂ ਇੱਦਾਂ ਨਹੀਂ, ਇੱਦਾਂ ਬੋਲ, ਇੱਦਾਂ ਪੜ੍ਹ, ਉਹ ਆਪੇ ਸੁਰ ਹੋ ਜਾਂਦਾ। ਇੱਦਾਂ ਹੀ ਜਿਹੜੀ 4 ਪੌੜੀਆਂ ਨਾ, ਪੰਚ ਪ੍ਰਵਾਨ ਤੋਂ ਲੈ ਕੇ ਤੀਰਥ ਨਾਮ ਅਖੀਰਲੇ ਅਸੰਖ ਨਾਮ ਅਸੰਖ ਥਾਂ ਵਾਲੀ ਤੱਕ, ਇਹ 4 ਪੌੜੀਆਂ ਨਿਧਿਆਸਨ ਕੀਤਾ, ਅਭਿਆਸ ਕੀਤਾ, ਦੱਸਿਆ ਮਹਾਰਾਜ ਨੇ। ਹਾਂਜੀ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ 'ਚ ਮਹਾਰਾਜ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਜੀਵ ਨਹੀਂ ਹੈ, ਤੂੰ ਤਾਂ ਜੋਤ ਹੈ ਅਕਾਲ ਪੁਰਖ ਦੀ, ਉਸ ਪਰਮੇਸ਼ਰ ਦੀ ਜੋਤ ਹੈ ਜੋ ਸਦਾ ਹੀ ਸਲਾਮਤ ਹੈ, ਨਿਰੰਕਾਰ ਹੈ। ਤੂੰ ਬਣਿਆ ਹੋਇਆ, ਤੂੰ ਜੀਵ। ਅਸੰਖ ਜਾਪੋ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ। ਕੁਝ ਇੱਕ ਧਰਮੀ का ਲੱਖਾਂ ਹੀ ਫਿਰ ਕਰ ਰਹੇ ਹੈ, ਅਸੰਖ ਜਪ ਕਰ ਰਹੇ, ਤਪ ਕਰ ਰਹੇ, ਪੂਜਾ ਕਰ ਰਹੇ, ਪਾਠ ਕਰ ਰਹੇ। ਅਸੰਖ ਦੂਜੇ ਪਾਸੇ ਨੈਗੇਟਿਵ ਸੋਚ ਵਾਲੇ ਵੀ ਨੇ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਇਹ ਸਾਰਾ ਕੁਝ ਮਾਇਆ ਦਾ ਪਸਾਰਾ। ਤੂੰ ਕੀ ਹੈ? ਤੂੰ ਸਦਾ ਸਲਾਮਤ, ਤੂੰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਜੋਤ ਹੈ। ਉਹਨੂੰ ਪਛਾਣ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮਹਾਰਾਜ ਨੇ ਦੱਸਿਆ ਇਹਦੇ ਵਿੱਚ। ਹਾਂਜੀ, ਸਾਖਿਆਤ ਪਰ ਇਹ ਤੁਪਚਾਰ। ਇਹ ਸਾਖਸ਼ਾਤ ਬ੍ਰਹਮ ਗਿਆਨ ਦਾ ਜਿਹੜਾ ਪ੍ਰਤੱਖ ਸਾਹਮਣੇ ਹੱਥ ਤੇ ਰੱਖਿਆ ਔਲਾ, ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਰਹਿੰਦੀ। ਸਾਧ ਸੰਗਤ ਜੀ, ਬਹੁਤਾ ਖੋਲਣ ਦਾ ਹੁਕਮ ਨਹੀਂ ਹੈ, ਇਹ ਭੇਦ ਬੜਾ ਗੁੱਝਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਅਕਾਲ ਪੁਰਖ ਦਾ ਸਰੂਪ ਹੈ ਭਾਈ। ਇਹ 4 ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਖਸ਼ਾਤ ਉੱਤੇ ਪੰਕਤੀਆਂ ਉਚਾਰਨ ਕੀਤੀਆਂ ਨੇ। ਹਾਂਜੀ, ਇਹ ਕਰਮ ਪ੍ਰਥਮਾ ਵਰਣਨ ਕਰਿਓ। ਇਸ ਤਰ੍ਹਾਂ ਮਹਾਰਾਜ ਨੇ ਇਹ ਕਰਮ ਦੇ ਨਾਲ ਵਰਣਨ ਕੀਤਾ। ਸ੍ਰੀ ਜਪਜੀ ਸਾਹਿਬ ਲਿਖੀ ਗਏ। ਹਾਂਜੀ, ਜਪ ਅਰ ਵੇਦ ਅਰਥ ਇੱਕ ਧਰਿਓ। ਜਪ ਤੇ ਗਿਆਨ ਇੱਕੋ ਹੀ ਚੀਜ਼ ਨੇ। ਜਪ ਦਾ ਮਤਲਬ ਹੈ ਜਾਣਨਾ, ਜਪ ਜਪ ਕੇ ਜਾਣਨਾ। ਵਾਹਿਗੁਰੂ 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 ਜਪੋ, ਫਿਰ ਤੁਹਾਨੂੰ ਜਾਣਕਾਰੀ ਮਿਲੇਗੀ।
ਕੇਵਲ ਕਿਤਾਬਾਂ ਪੜ੍ਹ ਕੇ ਇੰਟਰਨੈਟ ਪੜ੍ਹ ਕੇ ਜਾਣਕਾਰੀ ਮਿਲਦੀ ਹੈ, ਪਰ ਉਹ ਬਾਹਰ ਮੁਖੀ ਹੁੰਦੀ ਹੈ। ਪਰ ਜਪਜੀ ਸਾਹਿਬ ਜਿਸ ਨੂੰ ਆਪਾਂ ਕਹਿੰਦੇ ਹਾਂ ਜਪ, ਉਹ ਅੰਦਰ ਦੀ ਜਾਣਕਾਰੀ ਹੈ। ਉਹ ਨੈੱਟ ਤੋਂ ਨਹੀਂ ਮਿਲਣੀ, ਉਹ ਤੁਹਾਨੂੰ ਗੂਗਲ ਤੋਂ ਨਹੀਂ ਮਿਲਣੀ, ਉਹ ਤੁਹਾਨੂੰ ਆਪ ਕਈ ਦਿਨ ਬੈਠੇ ਗੱਲਾਂ ਕਹਿੰਦੇ ਗੂਗਲ ਤੋਂ ਹਰ ਚੀਜ਼ ਮਿਲ ਜਾਂਦੀ। ਮੈਂ ਕਿਹਾ ਰੱਬ ਦਾ ਭੇਤ ਹੈ, ਪਤਾ ਲੱਗ ਜਾਏ। ਕਹਿੰਦੇ ਨਹੀਂ, ਉਹ ਨਹੀਂ ਮਿਲ ਸਕਦਾ, ਪਰ ਜਪਜੀ ਸਾਹਿਬ 'ਚੋਂ ਮਿਲਦਾ। ਉੱਥੇ ਗੂਗਲ ਨਹੀਂ ਕੰਮ ਕਰਦੇ, ਜਪਜੀ ਸਾਹਿਬ 'ਚੋਂ ਮਿਲੇਗਾ। ਤੋ ਜਪ ਨਾਮ ਵੇਦ ਦਾ ਹੈ, ਵੇਦ ਨਾਮ ਗਿਆਨ ਦਾ ਹੈ, ਇੱਕੋ ਹੀ ਅਰਥ ਹੈ। ਹਾਂਜੀ, ਬ੍ਰਹਮ ਜਾਣਵੇ ਕੇ ਇਹ ਨਾਮੋ, ਇਹ ਬ੍ਰਹਮ ਨੂੰ ਜਾਣਨਾ। ਵੇਦ ਦਾ ਅਰਥ ਹੈ ਵੀ ਜਾਣਨਾ, ਵੇਦ ਦਾ ਅਰਥ ਹੈ ਜਾਣਨਾ। ਵਿਦ ਧਾਤੂ ਤੋਂ ਬਣਿਆ, ਵਿਦਿਆ ਵੀ ਬਣੀ ਉੱਥੋਂ। ਵੇਦ ਮੈਨੇ ਵਿਦਿਆ, ਵੇਦ ਮੈਨੇ ਗਿਆਨ, ਵੇਦ ਮੈਨੇ ਜਾਣਨਾ। ਬ੍ਰਹਮ ਨੂੰ ਜਾਣਨਾ, ਅਕਾਲ ਪੁਰਖ ਨੂੰ ਜਾਣਨਾ, ਜੋਤ ਨੂੰ, ਪਰਮੇਸ਼ਰ ਦੀ ਨੂੰ ਜਾਣਨਾ। ਜਪਜੀ ਸਾਹਿਬ ਦਾ ਵੀ ਮਤਲਬ ਇਹੀ ਹੈ ਵੀ ਬ੍ਰਹਮ ਨੂੰ ਜਾਣਨਾ। ਜਪਜੀ ਸਾਹਿਬ ਬ੍ਰਹਮ ਗਿਆਨ ਹੈ। ਹਾਂਜੀ, ਦੋਨੋਂ ਪਦ ਸਮਸਰ ਅਬਿਰਾਮੋ, ਇਹ ਦੋਵੇਂ ਪਦ ਜਿਹੜੇ ਨੇ ਇਹ ਬਰਾਬਰ ਨੇ। ਵੇਦ ਔਰ ਜਪ ਅਰਥ ਇੱਕੋ ਹੀ ਹੈ। ਵੇਦ ਮੈਨੇ ਵੀ ਗਿਆਨ, ਜਪ ਮੈਨੇ ਵੀ ਗਿਆਨ। ਹਾਂਜੀ, ਜਾਂ ਤੇ ਪ੍ਰਥਮ ਨਾਮ ਜਪ ਰਾਖਿਓ, ਇਸ ਕਰਕੇ ਇਸ ਬਾਣੀ ਦਾ ਨਾਮ ਸਤਿਗੁਰਾਂ ਨੇ ਜਪ ਰੱਖਿਆ ਹੈ। ਹਾਂਜੀ, ਸਭ ਗੁਰਬਾਣੀ ਕੋ ਇਹ ਭਾਖਿਓ, ਔਰ ਗੁਰਬਾਣੀ ਸਾਰੀ ਇਹਦੀ ਵਿਆਖਿਆ ਹੈ। ਸਾਰੀ ਗੁਰਬਾਣੀ ਸ੍ਰੀ ਜਪਜੀ ਸਾਹਿਬ ਦੀ ਅਰਥ ਕਰਦੀ ਹੈ। ਜਪਜੀ ਸਾਹਿਬ ਦੇ ਅਰਥ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਅੱਗੇ ਪੜ੍ਹੀ ਜਾਓਗੇ ਜਪਜੀ ਸਾਹਿਬ ਦੇ ਭੇਦ ਖੁੱਲ੍ਹੀ ਜਾਣ, ਉੱਦਾਂ ਨਹੀਂ ਖੁੱਲ੍ਹਦੇ, ਬੜੇ ਭੇਦ ਗੁੱਝੇ ਆ। ਇੱਕ ਇੱਕ ਪੰਕਤੀ 'ਚ ਬੜਾ ਬੜਾ ਡੂੰਘਾ ਗਿਆਨ ਹੈ, ਪਰ ਅਭਿਆਸ ਕਰੀ ਜਾਓ ਕਰੀ ਜਾਓ ਕਰੀ ਜਾਓ। ਕਈ ਜਨਮਾਂ ਦੀ ਖੇਡ ਹੈ। ਹਾਂਜੀ, ਕਹਿ ਲਗ ਕਹੋ ਮਹਾਤਮ ਬਾਣੀ, ਭਾਈ ਸਾਹਿਬ ਜੀ ਲਿਖਦੇ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਮੈਂ ਕਿੱਥੋਂ ਤੱਕ ਦੱਸਾਂ, ਕੋਈ ਬਿਆਨ ਨਹੀਂ ਕਰ ਸਕਦਾ। ਹਾਂਜੀ, ਜੋ ਸਭ ਕੀ ਸਿਰ ਮੋਰ ਬਖਾਨੀ, ਇਹ ਗੁਰਬਾਣੀ ਸਭ ਤੋਂ ਸ਼੍ਰੋਮਣੀ ਸਿਰਮੌਰ ਹੈ। ਹਾਂਜੀ, ਆਪਣਾ ਉੱਤਮ ਜਿਸ ਤੇ ਕੋਈ, ਸ੍ਰੀ ਜਪਜੀ ਸਾਹਿਬ ਅਕਾਲ ਪੁਰਖ ਦਾ ਸਰੂਪ ਹੈ। ਪਰਮਾਤਮਾ ਵਾਹਿਗੁਰੂ ਨਿਰੰਕਾਰ ਦੇਖਣਾ ਤੁਸੀਂ ਜਪਜੀ ਸਾਹਿਬ ਦੇ ਦਰਸ਼ਨ ਕਰ ਲਓ, ਅਕਾਲ ਪੁਰਖ ਦੇ ਦਰਸ਼ਨ ਹੋ ਗਏ। ਇਸ ਤੋਂ ਉੱਤਮ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਹਾਂਜੀ, ਹਰ ਸੁਖੇ ਨਹੀਂ ਪ੍ਰਾਪਤ ਹੋਈ, ਕਲਯੁਗੀ ਜੀਵਾਂ ਨੂੰ ਸੌਖੀ ਪ੍ਰਾਪਤ ਹੋਈ। ਸ੍ਰੀ ਜਪਜੀ ਸਾਹਿਬ ਮਹਾਰਾਜ ਸਾਨੂੰ ਆ ਕੇ ਦਿੱਤਾ ਗਿਆਨ, ਸਾਡੇ ਵਿੱਚ ਅਵਤਾਰ ਧਾਰ ਕੇ, ਸਾਡੇ ਵਰਗਾ ਸਰੀਰ ਧਾਰਨ ਕਰਕੇ। ਅਕਾਲ ਪੁਰਖ ਦਾ ਕੋਈ ਸਰੀਰ ਨਹੀਂ ਹੈ, ਕੋਈ ਕਿਸੇ ਸਰੀਰ ਦੇ ਵਿੱਚ ਨਹੀਂ ਆਉਂਦਾ, ਪਰ ਸਾਡੇ ਵਾਸਤੇ ਸਾਡਾ ਭਲਾ ਕਰਨ ਲਈ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ, ਸਾਧ ਰੂਪ ਆਪਣਾ ਤਨ ਧਾਰਿਆ। ਹਾਂਜੀ, ਪ੍ਰਥਮ ਰਾਗ ਸ਼੍ਰੀ ਰਾਗ ਲਿਖਾਵਾ, ਫਿਰ ਮਹਾਰਾਜ ਸਾਹਿਬ ਜੀ ਨੇ ਪਹਿਲਾ ਰਾਗ ਸ੍ਰੀ ਰਾਗ ਲਿਖਵਾਇਆ। ਜਪਜੀ ਤੋਂ ਬਾਅਦ 5 ਸ਼ਬਦ ਸੋਦਰ ਦੇ, ਜਿਹੜੀ ਕਰਤਾਰਪੁਰ ਵਾਲੀ ਬੀੜਾ 'ਚ 5 ਹੀ ਸ਼ਬਦ ਹਨ। ਜਿਹੜੀ ਬੀੜ ਭਾਈ ਬੰਨੋ ਸਾਹਿਬ ਜੀ ਨੇ ਦੁਬਾਰਾ ਉਤਾਰਾ ਕੀਤਾ ਕਿ ਕਥਾ ਹੋਣੀ ਹੈ, ਉਹਦੇ ਵਿੱਚ 100 ਪੁਰਖ ਵਾਲੇ 4 ਸ਼ਬਦ ਪਾ ਕੇ 9 ਸ਼ਬਦ ਹੋਏ। 5 ਸ਼ਬਦ ਕੀਰਤਨ ਸੋਹਲੇ ਦੇ। ਸੋ ਹੁਣ ਮਹਾਰਾਜ ਨੇ ਰਾਗਾਂ ਦੀ ਬਾਣੀ ਸ਼ੁਰੂ ਕੀਤੀ। ਪਹਿਲਾ ਰਾਗ ਸ੍ਰੀ ਰਾਗ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਪਹਿਲਾ ਸ਼ਬਦ ਲਿਖਿਆ ਗੁਰੂ ਨਾਨਕ ਦੇਵ ਜੀ ਦਾ, ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਜਾਓ। ਪਹਿਲਾ ਰਾਗ ਸ੍ਰੀ ਰਾਗ ਲਿਖਵਾਇਆ। ਹਾਂਜੀ, ਘਰ ਅਨੇਕ ਮਹਿ ਜਾਏ ਜੋ ਗਾਵਾ, ਅਨੇਕਾਂ ਘਰਾਂ ਵਿੱਚ ਜੋ ਗਾਇਆ ਜਾਂਦਾ, ਤਾਲਾਂ ਵਿੱਚ ਗਾਇਆ ਜਾਂਦਾ। ਜੋ ਰਾਗੀ ਸਿੰਘ ਨੇ ਇਹ ਘਰ ਦਾ ਭੇਦ ਦੱਸ ਸਕਦੇ, ਤਾਲ ਦਾ, ਕਿਹੜੇ ਘਰ ਵਿੱਚ ਕਿਹੜੇ ਤਾਲ ਵਿੱਚ ਗਾਣਾ, ਕਿੱਦਾਂ ਬਾਣੀ। ਹੁਣ ਤਾਂ ਕਲਾਸੀਕਲ ਕੀਰਤਨ ਸਾਡੇ ਤੋਂ ਅਲੋਪ ਹੁੰਦਾ ਜਾ ਰਿਹਾ, ਨਾ ਉਹ ਸਰੋਤੇ ਰਹੇ ਨਾ ਭਗਤੇ ਰਹੇ। ਪਰ ਕੋਈ ਸਮਾਂ ਸੀ ਗੁਰਮਤਿ ਸੰਗੀਤ ਦਾ ਇੱਕ ਡੰਕਾ ਵੱਜਦਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਹਜੂਰ ਸਾਹਿਬ, ਬੜੇ ਬੜੇ ਤਗੜੇ ਗੰਧਰਵ ਗਵਈਏ ਹੋਏ ਪੰਥ ਵਿੱਚ। ਤਖਤ ਕੇਸਗੜ੍ਹ ਸਾਹਿਬ ਰਾਗੀ ਹੋਏ, ਜਿਹੜੇ ਸਾਧ ਸੰਗਤ ਜੀ ਇਹੋ ਜਿਹੇ ਰਾਗੀ ਵੀ ਮਹਾਰਾਜਾ ਰਣਜੀਤ ਸਿੰਘ ਜੀ ਬੇਨਤੀ ਕੀਤੀ ਵੀ ਮੇਰੇ ਦਰਬਾਰ 'ਚ ਆ ਕੇ ਕੀਰਤਨ ਕਰੋ। ਕਹਿਣ ਲੱਗੇ ਅਸੀਂ ਤੇਰੇ ਰਾਗੀ ਥੋੜ੍ਹੇ ਹਾਂ, ਅਸੀਂ ਤਾਂ ਕੇਸਗੜ੍ਹ ਸਾਹਿਬ ਆਉਂਦੇ, ਇੱਥੇ ਆ ਜਾ ਤੈਨੂੰ ਸੁਣਾ ਦਿਆਂ। ਬਸੰਤ ਹੋਲੇ ਮਹੱਲੇ ਦਾ ਸਮਾਗਮ ਸੀ, ਸ਼ੇਰੇ ਪੰਜਾਬ ਆ ਗਏ। ਰਾਗੀ ਸਿੰਘ ਸਨ, ਉਹਨਾਂ ਨੂੰ ਬੇਨਤੀ ਕੀਤੀ ਭਾਈ ਸਾਹਿਬ ਜੀ ਮੈਂ ਕੀਰਤਨ ਸੁਣਨ ਆਇਆ, ਆਪ ਜੀ ਦੀ ਮਹਿਮਾ ਸੁਣੀ। ਕਹਿੰਦੇ ਰਾਜਾ ਸਿੰਘ ਸਾਹਿਬ ਜੀ ਸਵੇਰੇ ਅੰਮ੍ਰਿਤ ਵੇਲੇ ਤ੍ਰਿਪਹਿਰੇ ਦੀ ਚੌਂਕੀ
ਤਖਤ ਕੇਸਗੜ੍ਹ ਸਾਹਿਬ ਲੱਗਣੀ ਹੈ। ਤੁਸੀਂ ਜਿੰਨੇ ਵੀ ਸਿੰਘ ਤੁਹਾਡੇ ਦਰਬਾਰੀ ਨੇ, ਹਰੀ ਸਿੰਘ ਨਲੂਆ, ਹੋਰ ਜਿੰਨੀ ਫੌਜ ਹੈ, ਸਾਰੇ ਸਵੇਰੇ ਆਓਗੇ। ਇੱਕ ਗੱਲ ਦਾ ਖਿਆਲ ਰੱਖਿਆ ਜੇ, ਕੱਪੜੇ ਚਿੱਟੇ ਪਾ ਕੇ ਆਇਆ ਜੇ। ਚਿੱਟਾ ਹੀ ਦਸਤਾਰਾ ਹੋਵੇ, ਚਿੱਟਾ ਹੀ ਚੋਲਾ ਹੋਵੇ, ਚਿੱਟਾ ਹੀ ਕਮਰ ਕਸਾ ਹੋਵੇ, ਚਿੱਟਾ ਹੀ ਹਜੂਰੀਆ ਹੋਵੇ। ਕੱਪੜੇ ਕੋਈ ਵੀ ਦੂਜੇ ਰੰਗ ਦੇ ਨਹੀਂ ਪਾਣੇ, ਚਿੱਟੇ ਹੀ ਪਾ ਕੇ ਆਉਣੇ। ਜਦੋਂ ਚਿੱਟੇ ਕੱਪੜੇ ਪਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਸਿੰਘਾਂ ਸਮੇਤ ਦਰਬਾਰੀ ਜਿੰਨੇ ਖਾਲਸਾ ਸੀ ਸਾਰਾ ਗਿਆ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਤਖਤ ਤੇ ਮੱਥਾ ਟੇਕ ਕੇ ਸਿੰਘ ਸਜ ਗਏ, ਸ਼ੇਰੇ ਪੰਜਾਬ ਵੀ ਸਜ ਗਏ। ਜਦੋਂ ਕੀਰਤਨ ਸ਼ੁਰੂ ਹੋਇਆ 3.5 ਘੰਟੇ ਪੂਰੀ ਚੌਂਕੀ ਹੋਈ ਵੱਡੀ। ਬਸੰਤ ਦਾ ਸਮਾਂ ਸੀਗਾ, ਜਦੋਂ ਆਸਾ ਦੀ ਵਾਰ ਦਾ ਭੋਗ ਪਾਇਆ। ਬਸੰਤ ਵੀ ਪੂਰਾ ਖਿੜ ਕੇ ਗਾਇਆ। ਸ਼ੇਰੇ ਪੰਜਾਬ ਭੋਗ ਪਾ ਕੇ ਜਦੋਂ ਬਾਹਰ ਨਿਕਲੇ, ਸਾਰੇ ਕੱਪੜੇ ਪੀਲੇ ਰੰਗ ਦੇ ਹੋ ਚੁੱਕੇ ਸਨ। ਉਹ ਚਿੱਟੇ ਤਾਂ ਪਵਾਏ ਸੀ ਵੀ ਦੇਖ ਰਾਗ ਕਿਵੇਂ ਖਿੜਦਾ, ਰਾਗ ਕਿਵੇਂ ਅਸਰ ਪਾਉਂਦਾ। ਸਾਰੇ ਬਸਤਰ ਜਿਹੜੇ ਸੀ ਨਾ, ਉਹ ਸਾਧ ਸੰਗਤ ਜੀ ਸ਼ੇਰੇ ਪੰਜਾਬ ਦੇ ਨਾਲ ਸਾਰੇ ਸਿੰਘਾਂ ਦੇ ਪੀਲੀ ਭਾ ਮਾਰਦੇ ਜਿਵੇਂ ਸਰੋਂ ਦਾ ਫੁੱਲ ਹੁੰਦਾ। ਇਹ ਰਾਗ ਦੀ ਸ਼ਕਤੀ ਰਾਗੀ ਸਿੰਘਾਂ ਨੂੰ ਮਹਾਰਾਜ ਦਿੱਤੀ ਸੱਚੇ ਪਾਤਸ਼ਾਹ ਨੇ। ਤੇ ਇਹ ਗੱਲਾਂ ਕਹਿਣ ਦੀਆਂ ਨਹੀਂ, ਅਸੀਂ ਪ੍ਰਤੱਖ ਦੇਖਿਆ। ਸਾਡੇ ਮਹਾਂਪੁਰਸ਼ ਹੁੰਦੇ ਸੀ, ਬਾਬਾ ਸ਼ਾਮ ਸਿੰਘ ਜੀ ਸਾਡੇ ਅੰਬਾਲੇ, 56 ਸਾਲ ਕੀਰਤਨ ਕੀਤਾ ਉਹਨਾਂ ਨੇ। ਤੇ ਜਪਜੀ ਸਾਹਿਬ ਦੇ ਪਾਠ ਬਹੁਤ ਕਰਦੇ ਸੀ, ਬਲਾਇੰਡ ਸੂਰਮੇ ਸੀਗੇ। ਇੰਨੀ ਰੀਝ ਕੇ ਉਹਨਾਂ ਨੇ ਮਲਾਰ ਰਾਗ ਗਾਣਾ ਵੀ ਉਸੇ ਵੇਲੇ ਮੀਂਹ ਪਵਾਉਣਾ ਸ਼ੁਰੂ ਹੋ ਜਾਂਦਾ ਸੀ। ਇਹ ਅੱਖਾਂ ਨਾਲ ਦੇਖੀਆਂ ਗੱਲਾਂ, ਇਹ ਕੋਈ ਇਹ ਨਹੀਂ ਵੀ ਸੁਣੀਆਂ ਸੁਣਾਈਆਂ। ਬਾਣੀ ਦੇ ਵਿੱਚ ਸ਼ਕਤੀ ਹੈ, ਬਾਣੀ ਰਾਗਾਂ ਵਿੱਚ ਗਾਈ ਜਾਂਦੀ। ਮਹਾਰਾਜ ਸ੍ਰੀ ਰਾਗ ਲਿਖਿਆ ਸਭ ਤੋਂ ਪਹਿਲਾਂ। ਔਖਾ ਰਾਗ ਹੈ, ਕਠਿਨ ਹੈ। ਜਿਹੜੇ ਵੱਡੇ ਰਾਗੀ ਨੇ ਉਹ ਦੱਸ ਸਕਦੇ ਵੀ ਸ੍ਰੀ ਰਾਗ ਹਰ ਕੋਈ ਜਣਾ ਖਣਾ ਨਹੀਂ ਗਾ ਸਕਦਾ, ਬੜੀ ਮਿਹਨਤ ਮੰਗਦਾ। ਤਗੜੇ ਗੰਧਰਵ ਰਾਗੀ ਗਾ ਸਕਦੇ ਆ। ਸੋ ਸਭ ਤੋਂ ਪਹਿਲਾਂ ਸ੍ਰੀ ਰਾਗ ਲਿਖਾਵਾ ਘਰ ਅਨੇਕ ਮੈਂ ਜਾਏ ਜੋ ਗਾਵਾ, ਜੋ ਅਨੇਕਾਂ ਘਰਾਂ ਦੇ ਵਿੱਚ ਤਾਲਾਂ 'ਚ ਬਦਲ ਬਦਲ ਕੇ ਗਾਇਆ ਜਾਂਦਾ। ਹਾਂਜੀ, ਕਿਤਕ ਲਿਖੇ ਜਬ ਬੂਝਤ ਪਏ। ਜਦੋਂ ਕੁਝ ਸ਼ਬਦ ਲਿਖੇ ਗਏ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਨੂੰ ਪੁੱਛਦੇ ਨੇ। ਹਾਂਜੀ, ਕਹੋ ਗੁਰਦਾਸ ਜਾਨ ਭੀ ਲਏ। ਭਾਈ ਗੁਰਦਾਸ ਜੀ ਦੱਸੋ, ਜੋ ਲਿਖ ਰਹੇ ਹੋ ਪਤਾ ਵੀ ਲੱਗ ਰਿਹਾ ਤੁਹਾਨੂੰ, ਤੁਸੀਂ ਜਾਣ ਰਹੇ ਹੋ ਕੀ ਖੇਡ ਵਰਤ ਰਹੀ ਹੈ। ਹਾਂਜੀ, ਹੱਥ ਜੋੜ ਕੇ ਬਾਖ ਬਖਾਨਿਓ। ਭਾਈ ਗੁਰਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਬਰਾਬਰ ਕੀ ਕਰਨਾ ਤੇ ਜਾਣਿਓ। ਮਹਾਰਾਜ ਆਪ ਜੀ ਦੀ ਕਿਰਪਾ ਹੋ ਰਹੀ ਹੈ, ਆਪ ਜੀ ਦੀ ਕਿਰਪਾ ਨਾਲ ਜਾਣਕਾਰੀ ਮਿਲ ਰਹੀ ਹੈ ਨਾਲ ਨਾਲ। ਹਾਂਜੀ, ਪਤ ਕੋ ਬਚ ਬਹੁਰ ਨਰਨ ਮਝਾਰੀ। ਮਹਾਰਾਜ ਜੀ ਪਤੀ ਦਾ ਕੋਈ ਬਚਨ, ਪਤ ਕੋ ਬਚ ਬਹੁ ਨਰਨ ਮਝਾਰੀ। ਹਾਂਜੀ, ਬਹੁਤ ਸਾਰੇ ਬੰਦੇ ਬਾਹਰ ਖੜੇ ਗੱਲਾਂ ਕਰਦੇ ਹੁਣ ਗਲੀ ਦੇ ਵਿੱਚ, ਬੀਬੀ ਦਾ ਘਰ ਵਾਲਾ ਵੀ ਵਿੱਚੇ ਹੋਵੇ। ਹਾਂਜੀ, ਲੇਤ ਪਛਾਨ ਦੁਰੀ ਜਮਨਾਰੀ। ਤੇ ਬੀਬੀ ਅੰਦਰ ਬੈਠੀ ਪਛਾਣ ਲੈਂਦੀ ਵੀ ਹੁਣ ਮੇਰਾ ਪਤੀ ਬੋਲ ਰਿਹਾ, ਉਹਨੂੰ ਪਤਾ ਲੱਗ ਜਾਂਦਾ। ਜਿਵੇਂ ਬੱਚੇ ਨੂੰ ਮਹਾਰਾਜ ਨੇ ਇਸ ਮਿਸਾਲ ਦਿੱਤੀ ਸੀ ਨਾ, ਉਹ ਪਤਨੀ ਦੀ ਮਿਸਾਲ ਦਿੰਦੇ ਭਾਈ ਸਾਹਿਬ। ਕਹਿੰਦੇ ਜਿਵੇਂ ਪਤਨੀ ਆਪਣੇ ਪਤੀ ਦੀ ਆਵਾਜ਼ ਪਛਾਣ ਕੇ ਝਟ ਕਹਿੰਦੇ ਮੇਰਾ ਘਰ ਵਾਲਾ ਬੋਲਦਾ। ਹਾਂਜੀ, ਪੋਥੀ ਪਰਤੇ ਗੁਰਬੈਨ। ਇਸ ਤਰ੍ਹਾਂ ਮਹਾਰਾਜ ਪੋਥੀ ਤੋਂ ਜਿਹੜੇ ਬਚਨ ਗੁਰੂ ਸਾਹਿਬ ਦੇ ਆ ਰਹੇ ਨੇ। ਹਾਂਜੀ, ਲਿਖੇ ਪਛਾਣ ਚਤੁਰ ਗੁਰ ਜੈਨ। ਉਹ ਆਪ ਜੀ ਦੀ ਕਿਰਪਾ ਨਾਲ ਮੈਨੂੰ ਪਛਾਣ ਆ ਰਹੀ ਹੈ, ਉਸੇ ਤਰ੍ਹਾਂ ਮੈਂ ਲਿਖੀ ਜਾ ਰਿਹਾ ਹਾਂ। ਹਾਂਜੀ, ਪੜ੍ਹਨ ਕੇ ਜੋ ਸ਼ਬਦ ਬਣਾਏ। ਜੋ ਹੋਰ ਲੋਕਾਂ ਦੇ ਸ਼ਬਦ ਬਣਾਏ ਹਨ ਗੁਰੂ ਸਾਹਿਬ ਨੂੰ ਛੱਡ ਕੇ, ਹੋਰਾਂ ਕਵੀਆਂ ਦੀ ਬਾਣੀ ਹੈ। ਹਾਂਜੀ, ਪਰਖ ਕਰ ਸ਼ਬਦ ਹਟਾਏ। ਉਹ ਮੈਂ ਪਰਖ ਕੇ ਪਰੇ ਕਰੀ ਜਾ, ਉਹ ਨਹੀਂ ਲਿਖਦੇ ਗੁਰੂ ਗ੍ਰੰਥ ਸਾਹਿਬ। ਜਿਹੜੀ ਗੁਰੂਆਂ ਦੀ ਬਾਣੀ, ਸਤਿਗੁਰੂ ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਉਹ ਲਿਖ ਰਹੇ। ਹਾਂਜੀ, ਕਹਿ ਇਮ ਗਇਓ ਇਕਾਕੀ ਭਾਏ। ਇਸ ਤਰ੍ਹਾਂ ਕਹਿ ਕੇ ਭਾਈ ਗੁਰਦਾਸ ਜੀ ਚਲੇ ਗਏ। ਉਹ ਦੂਸਰੇ ਤੰਬੂ ਵਿੱਚ ਗੁਰੂ ਅਰਜਨ ਦੇਵ ਜੀ ਇਕੱਲੇ ਹੀ ਬੈਠੇ ਹਨ। ਹਾਂਜੀ, ਭਗਤ ਜੋ ਆਨ ਦਿਖਾਈ ਦਏ। ਉਹਨਾਂ ਨੂੰ ਸੱਚਖੰਡ ਤੋਂ 15 ਭਗਤ ਆਏ, ਗੁਰੂ ਅਰਜਨ ਦੇਵ ਜੀ ਨੂੰ ਦਰਸ਼ਨ ਦਿੱਤੇ ਉਹਨਾਂ ਨੇ। ਹਾਂਜੀ, ਜਿਨ ਦੇਖਣ ਤੇ ਹੋਤ ਉਧਾਰਾ। ਐਸੇ ਭਗਤ ਮਹਾਪੁਰਸ਼ ਬ੍ਰਹਮ ਗਿਆਨੀ 15 ਭਗਤ ਜਿਨ੍ਹਾਂ ਦਾ ਨਾਂ ਲੈਣ ਨਾਲ ਹੀ ਪਾਪੀ ਬੰਦੇ ਤਰ ਜਾਂਦੇ ਆ, ਜਿਨ੍ਹਾਂ ਦੇ ਦਰਸ਼ਨ ਕਰਕੇ ਜੀਵ ਦਾ ਉਧਾਰ ਹੋ ਜਾਂਦਾ। ਹਾਂਜੀ, ਸਤਿਗੁਰ ਦੀਨਨ ਕਰ ਪ੍ਰਤਿਪਾਰਾ। ਧੰਨ ਗੁਰੂ ਸਾਹਿਬ ਜੀ ਮਹਾਰਾਜ ਨੂੰ ਆ ਕੇ ਉਹਨਾਂ ਭਗਤਾਂ ਨੇ ਨਮਸਕਾਰ ਕੀਤੀ। ਕਿਹੜੇ ਸਨ? ਭਗਤ ਕਬੀਰ ਜੀ ਮਹਾਰਾਜ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਸਦਨਾ ਜੀ, ਭਗਤ ਪੀਪਾ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਭਗਤ ਸੂਰਦਾਸ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ।
ਇਹ ਜਿਹੜੇ ਸਰੀਰ ਕਰਕੇ ਦੁਨੀਆ ਤੋਂ ਜਾ ਚੁੱਕੇ ਸਨ, ਕਿਸੇ ਨੂੰ ਗਿਆ 125 ਸਾਲ ਹੋ ਗਏ ਸੀ, ਕਿਸੇ ਨੂੰ 100 ਸਾਲ ਹੋਇਆ ਸੀ, ਕਿਸੇ ਨੂੰ 70-80 ਸਾਲ ਹੋਏ ਸੀ, ਕਿਸੇ ਨੂੰ 200 ਸਾਲ ਹੋ ਗਏ ਸੀ। ਉਹ ਸਾਰੇ ਭਗਤ ਸੱਚਖੰਡ ਤੋਂ ਮਹਾਰਾਜ ਸਾਹਿਬ ਜੀ ਦੇ ਕੋਲ ਆ ਗਏ ਰੂਹਾਂ ਦੇ। ਇਹ ਬਾਣੀ ਰੂਹਾਂ ਦੀ ਖੇਡ ਹੈ, ਸਰੀਰਾਂ ਦੀ ਖੇਡ ਨਹੀਂ। ਆ ਪਿੱਛੇ ਜੇ ਇੱਕ ਬੰਦੇ ਨੇ ਐਵੇਂ ਹੀ ਸ਼ੰਕਾ ਖੜਾ ਕਰਤਾ ਜੀ, ਉਹ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਾਲੀ ਭਗਤਾਂ ਦੀ ਬਾਣੀ ਨਾਲ ਰਲਦੀ ਨਹੀਂ, ਆਪਾਂ ਵੀ ਬਿਨਾਂ ਚੁੱਕੇ ਦੇਖੇ ਸੋਚੇ ਅਗਾਂਹ ਦੀ ਗਾਂਹ ਫਾਰਵਰਡ ਕਰੀ ਜਾਂਦੇ ਤੇ ਰੌਲਾ ਪਾਈ ਜਾਂਦੇ। ਇਹ ਗੱਲ ਨਹੀਂ ਹੈ। ਉਹ ਬਾਣੀ ਜਿਹੜੀ ਭਗਤਾਂ ਦੀ ਨਾ, ਅਸੀਂ ਉਹ ਵੀ ਪੜ੍ਹੀ ਹੈ, ਯੂਨੀਵਰਸਿਟੀਆਂ 'ਚ ਪਈ ਹੈ, ਬਨਾਰਸ ਪਈ ਹੈ, ਦਿੱਲੀ ਪਈ ਹੈ, ਉਹ ਛਪੀ ਵੀ ਹੈ। ਕਬੀਰ ਸਾਹਿਬ ਜੀ ਦੇ, ਰਾਮਦੇਵ ਜੀ ਦੇ ਸ਼ਬਦ ਤੁਸੀਂ ਹੈਰਾਨ ਹੋਵੋਗੇ, ਇੱਕ ਪੋਥੀ ਦੂਜੇ ਨਾਲ ਰਲਦੀ ਨਹੀਂ। ਉਹਨਾਂ ਦੀ ਆਪਸ 'ਚ ਕਿਸੇ 'ਚ 10 ਸ਼ਬਦ ਨੇ, ਕਿਸੇ 'ਚ 20 ਨੇ, ਕਿਸੇ 'ਚ 15 ਘੱਟ ਨੇ, ਕਿਸੇ 'ਚ 10, ਕਿਸੇ 'ਚ ਪੰਕਤੀ ਕੋਈ ਨਹੀਂ। ਪਰ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਭਗਤ ਬਾਣੀ ਹੈ, ਇਹਨੇ ਵੇਲੇ ਉੱਦਾਂ ਹੀ ਚਲੀ ਆਉਂਦੀ। 400 ਸਾਲ ਦੀਆਂ ਹੱਥ ਲਿਖਤ ਪੀੜਾਂ ਦੇਖ ਲਓ, ਸਭ 'ਚ ਇੱਕੋ ਹੈ। ਗੁਰਬਾਣੀ ਦੀ ਜਿਹੜੀ ਗੱਲ ਹੈ ਭਾਈ, ਇਹ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖੀ। ਇਹ ਉਹ ਗੱਲ ਨਹੀਂ ਵੀ ਜਿਹੜੀ ਕੋਈ ਕਿਤੋਂ ਕਵੀ ਦੀ ਲੈ ਕੇ ਲਿਖਤੀ, ਕਦੀ ਕਿਤੋਂ ਇੱਦਾਂ ਨਹੀਂ ਹੋਇਆ। ਇਹ ਹੋਇਆ ਦਰਗਾਹੀ ਖੇਡ। ਉਹ ਭਗਤ ਸੱਚੇ ਪਾਤਸ਼ਾਹ ਕੋਲ ਉੱਤੋਂ ਸੱਚਖੰਡ ਤੋਂ ਆਏ। ਹਾਂਜੀ, ਅਦ ਅਰਵਿੰਦ ਬੰਦਨਾ ਕੀਨ ਸੋ, ਸਾਰੇ ਭਗਤਾਂ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਹਾਂਜੀ, ਦਰਸ ਬਿਲੋਕ ਪ੍ਰੇਮ ਚਿਤ ਭੀਨ ਸੋ, ਬੜੇ ਖੁਸ਼ ਹੋਏ ਨੇ ਭਗਤ, ਗੁਰੂ ਸਾਹਿਬ ਨੂੰ ਵੇਖ ਕੇ ਬਹੁਤ ਹੀ ਪ੍ਰਸੰਨ ਹੋਏ ਨੇ। ਹਾਂਜੀ, ਸਭ ਠਾਂਡੇ ਹੋਏ ਸਤੁਤ ਉਚਾਰੀ, ਸਾਰੇ ਭਗਤ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਖੜੇ ਹੋ ਗਏ ਤੇ ਗੁਰੂ ਸਾਹਿਬ ਦੀ ਉਸਤਤ ਕਰਨ ਲੱਗੇ। ਹਾਂਜੀ, ਪਾਰ ਬ੍ਰਹਮ ਤੁਮ ਨਰ ਤਨ ਧਾਰੀ, ਇਹ ਮਹਾਰਾਜ ਜੀ ਤੁਸੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਵਾਂ ਦਾ ਭਲਾ ਕਰਨ ਲਈ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਮਨੁੱਖੀ ਜਾਮੇ 'ਚ ਦੁਨੀਆ 'ਚ ਆਏ ਹੋ। ਹਾਂਜੀ, ਘੋਰ ਜਾਨ ਕਲ ਜੁਗ ਕੋ ਕਾਲ, ਕਲਯੁਗ ਦਾ ਸਮਾਂ ਬੜਾ ਭਿਆਨਕ, ਘੋਰ ਕਲਯੁਗ ਆ ਗਿਆ ਅੱਗੇ। ਹਾਂਜੀ, ਆਪ ਅਵਤਰੇ ਪ੍ਰਭੂ ਕਿਰਪਾਲਾ, ਇਹ ਪਰਮੇਸ਼ਰ ਆਪ ਅਵਤਾਰ ਧਾਰਿਆ, ਦੁਨੀਆ ਤੇ ਆਏ। ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ, ਝਖੜ ਬਾਉ ਨਾ ਡੋਲਈ ਪਰਬਤ ਮੇਰਾ। ਗੁਰੂ ਗ੍ਰੰਥ ਸਾਹਿਬ ਸੱਤੇ ਦੀ ਬਲਵੰਡੇ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਜੀ ਬਾਰੇ ਲਿਖਿਆ ਵੀ ਆਪ ਪਰਮੇਸ਼ਰ ਅਵਤਾਰ ਧਾਰ ਕੇ ਆਇਆ। ਹਾਂਜੀ, ਭਗਤ ਬਚਨ ਬਸ ਪ੍ਰੇਮ ਗੁਸਾਈ, ਆਪ ਭਗਤ ਬਚਲ ਹੋ, ਪ੍ਰੇਮ ਦੇ ਵਸ ਹੋ ਸੱਚੇ ਪਾਤਸ਼ਾਹ ਜੀ। ਸ਼੍ਰੀ ਅਰਜਨ ਪੰਚਮ ਤਨ ਪਾਈ, ਆਪ ਜੀ ਇਸ ਵੇਲੇ ਪੰਜਵਾਂ ਰੂਪ ਧਾਰਨ ਕਰਕੇ ਗੁਰੂ ਅਰਜਨ ਦੇਵ ਜੀ ਦੇ ਰੂਪ 'ਚ ਬੈਠੇ। ਗੁਰੂ ਨਾਨਕ ਸਾਹਿਬ ਅਸੀਂ ਤੁਹਾਡੇ ਕੋਲ ਆਏ। ਉਹਨਾਂ ਭਗਤਾਂ ਨੂੰ ਫਿਰ ਗੁਰੂ ਅਰਜਨ ਦੇਵ ਜੀ ਨੇ ਵੀ ਨਮਸਕਾਰ, ਕਿਉਂਕਿ ਉਹ ਵੀ ਕੋਈ ਛੋਟੀਆਂ ਹਸਤੀਆਂ ਨਹੀਂ ਸਨ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਰਵਿਦਾਸ ਜੀ, ਉਹ ਵੀ ਪਰਮਾਤਮਾ ਹੀ ਸਨ। ਕਿਉਂਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੇ ਉਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਉਹ ਵੀ ਉਸ ਕਾਲ ਪੁਰਖ ਨਾਲ ਮਿਲੀਆਂ ਹੋਈਆਂ ਰੂਹਾਂ, ਅਕਾਲ ਪੁਰਖ ਦਾ ਹੀ ਰੂਪ ਹੁੰਦੇ ਸੰਤ ਜਨ, ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਮਹਾਰਾਜ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ, ਆਓ ਮਹਾਰਾਜ। ਫਿਰ ਉਹ ਰੂਹਾਂ ਨੇ ਬੇਨਤੀ ਕੀਤੀ ਵੀ ਸਾਡੀ ਬਾਣੀ ਅਸੀਂ ਉਚਾਰਨ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਲਿਖੋ। ਫਿਰ ਸਭ ਤੋਂ ਪਹਿਲਾਂ ਕਬੀਰ ਜੀ ਬੋਲੇ ਨੇ, ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਕਟ। ਇੱਥੋਂ ਭਗਤ ਬਾਣੀ ਸ਼ੁਰੂ ਹੋਈ। ਕੱਲ ਨੂੰ ਆਪਾਂ ਸੁਣਾਂਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਕਿਵੇਂ ਐਡ ਕੀਤੀ ਹੈ। ਸੋ ਕੋਈ ਸ਼ੰਕਾ ਨਹੀਂ ਰਹੇਗਾ ਭਾਈ। ਜਿਹੜੇ ਸ਼ੰਕਾਵਾਦੀ ਉਹਨਾਂ ਦਾ ਤਾਂ ਰੱਬ ਵੀ ਨਹੀਂ ਮਿਟਾ ਸਕਦਾ, ਪਰ ਸ਼ਰਧਾਵਾਨ ਸਿੱਖਾਂ ਨੂੰ ਸ਼ੰਕਾ ਨਹੀਂ ਹੋਣਾ ਚਾਹੀਦਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਬਾਣੀ ਸੱਚਖੰਡ ਤੋਂ ਆਏ ਹੋਏ ਮਹਾਂਪੁਰਸ਼ਾਂ ਦੀ ਲਿਖਵਾ ਰਹੇ ਨੇ। ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ